ਕੈਨੇਡਾ ਦੇ ਵਿੱਚ ਜਿਹੜੇ ਟਿਪੀਕਲ ਕ੍ਰਿਮੀਨਲ ਕੇਸਿਸ ਹੁੰਦੇ ਨੇ ਡਰਾਈਵਿੰਗ ਨਾਲ ਰਿਲੇਟਡ, ਉਹਦੇ ਵਿੱਚੋਂ ਸਭ ਤੋਂ ਪਹਿਲਾਂ ਸਾਨੂੰ ਗ੍ਰਿਫਤਾਰ ਕਰ ਲਿਆ ਜਾਂਦਾ, ਅਰੈਸਟ ਕਰ ਲਿਆ ਜਾਂਦਾ। ਹਾਂਜੀ। ਤਾਂ ਸਾਡੇ ਕੋਲ ਕੀ ਅਧਿਕਾਰ ਨੇ ਉਸ ਵੇਲੇ ਜਦੋਂ ਸਾਨੂੰ ਅਰੈਸਟ ਕਰ ਲਿਆ ਜਾਂਦਾ? ਕਿ ਜੇ ਮੰਨ ਲਓ ਮੈਂ ਫੜਿਆ ਜਾਂਦਾ, ਮੈਂ ਜਵਾਬ ਨਹੀਂ ਦਿੰਦਾ ਕਿਸੇ ਗੱਲ ਦੇ ਉੱਤੇ ਵੀ, ਚੁੱਪ ਰਹਿਣਾ ਮੈਂ, ਹਾਂਜੀ, ਤਾਂ ਉਹ ਇਹ ਵੀ ਤਾਂ ਕਹਿ ਸਕਦੇ ਆ ਕਿ ਸਾਡੇ ਨਾਲ ਕੋਆਪਰੇਟ ਨਹੀਂ ਕਰ ਰਿਹਾ। ਮੈਰੀਜੁਆਨਾ ਜਦੋਂ ਲੀਗਲਾਈਜ਼ ਹੋਈ, ਰੈਗੂਲਰਾਈਜ਼ ਕਰ ਦਿੱਤੀ ਗਈ, ਹਾਂਜੀ, ਉਹਦਾ ਨਸ਼ਾ ਤਾਂ ਪਤਾ ਨਹੀਂ ਲੱਗਦਾ ਵੀ ਇਹਨੇ ਕੀਤਾ ਹੋਇਆ ਕਿ ਨਹੀਂ ਕੀਤਾ ਹੋਇਆ। ਉਸ ਕੇਸ ਵਿੱਚ ਪੁਲਿਸ ਕਿਵੇਂ ਸਾਨੂੰ ਫੜਦੀ ਹੈ ਜਾਂ ਪਹਿਚਾਣਦੀ? ਕਈ ਵਾਰੀ ਕੋਈ ਬੰਦੇ ਦੇ ਮੈਟਾਬੋਲਿਜ਼ਮ ਐਵੇਂ ਦਾ ਹੁੰਦਾ ਕਿ ਉਹਨੂੰ ਇੱਕ ਡਰਿੰਕ ਹੀ ਬਹੁਤ ਜ਼ਿਆਦਾ ਚੜ੍ਹ ਜਾਂਦਾ, ਜਾਂ ਤੁਸੀਂ ਕੋਈ ਕੁਦਰਤੀ ਦਵਾਈ ਖਾਧੀ ਹੋਵੇ ਉਹਦੇ ਕਰਕੇ ਮਿਕਸ ਹੋ ਕੇ ਤੁਹਾਨੂੰ ਜ਼ਿਆਦਾ ਚੜ੍ਹ ਜੇ, ਜਾਂ ਫॉर ਐਨੀ ਅਦਰ ਰੀਜ਼ਨ ਤੁਹਾਨੂੰ ਸ਼ਰਾਬ ਤੁਸੀਂ ਘੱਟ ਪੀਤੀ ਹੈ ਪਰ ਚੜ੍ਹ ਜ਼ਿਆਦਾ ਜਾਏ, ਜਿਹਦੇ ਨਾਲ ਤੁਸੀਂ ਗੱਡੀ ਨਹੀਂ ਸਹੀ ਚਲਾ ਪਾ ਰਹੇ, ਮੋਟਰਸਾਈਕਲ ਨਹੀਂ ਸਹੀ ਚਲਾ ਪਾ ਰਹੇ, ਕੁਝ ਹੋਰ ਨਹੀਂ ਰੋਡ ਤੇ ਕਰ ਪਾ ਰਹੇ ਚੰਗੀ ਤਰ੍ਹਾਂ। ਜੇ ਕੋਈ ਹਾਦਸਾ ਨਹੀਂ ਵੀ ਹੋਇਆ, ਕੋਈ ਕ੍ਰਾਈਮ ਨਹੀਂ ਵੀ ਹੋਇਆ, ਪਰ ਦਾਰੂ ਪੀ ਕੇ ਗੱਡੀ ਚਲਾ ਲਈ, 80 ਤੋਂ ਜ਼ਿਆਦਾ ਦਾਰੂ ਆ, ਫੜੇ ਗਏ, ਫਿਰ ਕੀ ਸਾਨੂੰ ਸਜ਼ਾ ਹੋ ਸਕਦੀ? ਤੁਸੀਂ ਸ਼ਰਾਬ ਪੀਤੀ ਹੋਈ ਹੈ, ਤੁਹਾਡੇ ਕੋਲ ਗੱਡੀ ਦੀ ਚਾਬੀ ਹੈ, ਤੁਸੀਂ ਗੱਡੀ 'ਚ ਬੈਠੇ ਹੋ, ਭਾਵੇਂ ਤੁਸੀਂ ਕਿਤੇ ਨਹੀਂ ਵੀ ਜਾ ਰਹੇ ਆ, ਤੁਸੀਂ ਜਾਣਾ ਹਾਲੇ ਤੁਹਾਨੂੰ ਪਤਾ ਨਹੀਂ ਤੁਸੀਂ ਜਾਣਾ ਕਿ ਨਹੀਂ ਜਾਣਾ, ਪਰ ਤੁਹਾਡੇ ਕੋਲ ਪਾਵਰ ਹੈ ਗੱਡੀ ਨੂੰ ਔਨ ਕਰਕੇ ਗੱਡੀ ਨੂੰ ਰੋਡ ਤੇ ਲੈ ਕੇ ਜਾਣ ਦੀ, ਤਾਂ ਉਹਦੇ ਕੇਸ ਦੇ ਵਿੱਚ ਪੁਲਿਸ ਇਹ ਵੇਟ ਨਹੀਂ ਕਰਦੀ ਵੀ ਤੁਸੀਂ ਓਫੈਂਸ ਕਮਿਟ ਕਰੋ, ਉਦੋਂ ਬਾਅਦ ਹੀ ਤੁਹਾਨੂੰ ਫੜਾਂਗੇ। ਤੁਸੀਂ ਲਸਣ ਖਾ ਲਓ, ਤੁਸੀਂ ਸੰਤਰਾ ਖਾ ਲਓ, ਹਾਂਜੀ, ਇਸ ਤਰ੍ਹਾਂ ਦੀਆਂ 2-4 ਚੀਜ਼ਾਂ ਕਹਿ ਦਿੰਦੇ ਜੀ ਇਹ ਖਾ ਲਓ, ਤਾਂ ਫਿਰ ਸਾਡੀ ਸ਼ਾਇਦ ਫੂਕ ਦੇ ਵਿੱਚ ਦਾਰੂ ਦਾ ਅਸਰ ਨਹੀਂ ਆਉਂਦਾ। ਕੀ ਇਹ ਗੱਲ ਠੀਕ ਹੈ ਜੀ ਕਿ ਗੱਡੀ ਵਿੱਚ ਡਰਾਈਵਰ ਠੀਕ ਹੈ, ਸੂਫੀ ਹੈ, ਉਹਨੇ ਨਹੀਂ ਪੀਤੀ ਹੋਈ, ਪਰ ਨਾਲ ਬੈਠਾ ਕੋਈ ਪੀ ਰਿਹਾ, ਫਿਰ ਵੀ ਕੋਈ ਨਤੀਜਾ ਭੁਗਤਣਾ ਪੈ ਸਕਦਾ? ਤੇ ਮੈਂ ਸਵੇਰੇ ਜਿਵੇਂ ਕਿ ਬੇਨਤੀ ਕੀਤੀ ਸੀ ਜੀ, ਮੇਰੇ ਨਾਲ ਪ੍ਰੋਗਰਾਮ ਦੇ ਇਸ ਸੈਗਮੈਂਟ ਵਿੱਚ ਐਡਵੋਕੇਟ ਜਸਮਿੰਦਰ ਸਿੰਘ ਜੀ ਸ਼ਾਮਲ ਹੋ ਰਹੇ ਨੇ। ਡਰਾਈਵਿੰਗ ਦੇ ਨਾਲ ਰਿਲੇਟਡ ਜਿਹੜੇ ਸਾਡੇ ਖਿਲਾਫ ਕ੍ਰਿਮੀਨਲ ਚਾਰਜਸ ਲੱਗ ਜਾਂਦੇ ਨੇ ਤੇ ਸਾਨੂੰ ਫਿਰ ਕਿਹੜੇ ਨਤੀਜਿਆਂ ਦਾ ਭੁਗਤਾਨ ਕਰਨਾ ਪੈਂਦਾ ਹੈ, ਉਹਨਾਂ ਦੀ ਬਾਰੇ ਵਿੱਚ ਅੱਜ ਦੀ ਗੱਲਬਾਤ ਉਹਨਾਂ ਦੇ ਨਾਲ ਹੋਏਗੀ। ਵਕੀਲ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਜੀ, ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਜੀ, ਥੈਂਕ ਯੂ ਫॉर ਹੈਵਿੰਗ ਮੀ ਜੀ, ਬਹੁਤ ਮਿਹਰਬਾਨੀ। ਤੋ ਸਾਨੂੰ ਇੱਥੋਂ ਅਸੀਂ ਸ਼ੁਰੂ ਕਰਨਾ ਚਾਹਾਂਗੇ ਕਿ ਕੈਨੇਡਾ ਦੇ ਵਿੱਚ ਜਿਹੜੇ ਟਿਪੀਕਲ ਕ੍ਰਿਮੀਨਲ ਕੇਸਿਸ ਹੁੰਦੇ ਨੇ ਡਰਾਈਵਿੰਗ ਨਾਲ ਰਿਲੇਟਡ, ਉਹਦੇ ਵਿੱਚੋਂ ਸਭ ਤੋਂ ਪਹਿਲਾਂ ਸਾਨੂੰ ਗ੍ਰਿਫਤਾਰ ਕਰ ਲਿਆ ਜਾਂਦਾ, ਅਰੈਸਟ ਕਰ ਲਿਆ ਜਾਂਦਾ। ਹਾਂਜੀ। ਤਾਂ ਸਾਡੇ ਕੋਲ ਕੀ ਅਧਿਕਾਰ ਨੇ ਉਸ ਵੇਲੇ ਜਦੋਂ ਸਾਨੂੰ ਅਰੈਸਟ ਕਰ ਲਿਆ ਜਾਂਦਾ ਜੀ? ਜਦੋਂ ਤੁਹਾਨੂੰ ਅਰੈਸਟ ਕਰ ਲਿਆ ਜਾਂਦਾ ਜੀ, ਪਹਿਲੀ ਗੱਲ ਤਾਂ ਤੁਹਾਨੂੰ ਜੇ ਡਰਾਈਵਿੰਗ ਰਿਲੇਟਡ ਅਫੈਂਸਿਸ ਦੀ ਗੱਲ ਕਰੀਏ ਤਾਂ ਤੁਸੀਂ ਫੜੇ ਉਦੋਂ ਜਾਂਦੇ ਹੋ ਜਾਂ ਤਾਂ ਤੁਹਾਡੇ ਬਾਰੇ ਕੋਈ ਫੋਨ ਕਰਦਾ ਪੁਲਿਸ ਨੂੰ ਵੀ ਫਲਾਣੀ ਗੱਡੀ 'ਚ ਫਲਾਣਾ ਬੰਦਾ ਗੱਡੀ ਠੀਕ ਨਹੀਂ ਚਲਾ ਰਿਹਾ ਅਤੇ ਸਾਨੂੰ ਲੱਗਦਾ ਵੀ ਸ਼ਰਾਬ ਪੀਤੀ ਹੋਈ ਹੈ ਜਾਂ ਸਾਡੇ ਸਾਹਮਣੇ ਸ਼ਰਾਬ ਪੀ ਕੇ ਗਿਆ, ਜਾਂ ਤੁਸੀਂ ਗੱਡੀ ਠੀਕ ਆਪ ਨਹੀਂ ਚਲਾ ਰਹੇ ਹੁੰਦੇ, ਐਕਸੀਡੈਂਟ ਹੋ ਜਾਂਦਾ, ਪੁਲਿਸ ਨੂੰ ਦੇਖ ਲੈਂਦੀ ਹੈ, ਇਸ ਤਰੀਕੇ ਨਾਲ ਤੁਸੀਂ ਫੜੇ ਜਾਂਦੇ ਹੋ ਜਦੋਂ ਪੁਲਿਸ ਮੌਕੇ 'ਤੇ ਆ ਜਾਂਦੀ ਹੈ। ਤਾਂ ਪੁਲਿਸ ਜਦੋਂ ਆਉਂਦੀ ਹੈ ਤੁਹਾਨੂੰ ਉਹ ਦੇਖਦੀ ਹੈ ਕਿ ਤੁਸੀਂ ਤੁਹਾਡੇ ਬੋਲਣ ਤੋਂ, ਤੁਹਾਡੀਆਂ ਅੱਖਾਂ ਤੋਂ, ਤੁਹਾਡੇ ਮੂੰਹ 'ਚੋਂ ਕੁਛ ਸ਼ਰਾਬ ਦੀ ਸਮੈਲ ਤਾਂ ਨਹੀਂ ਆ ਰਹੀ, ਤੁਸੀਂ ਖੜ੍ਹੇ ਕਿਵੇਂ ਹੋ, ਤੁਸੀਂ ਤੁਰ ਕਿਵੇਂ ਰਹੇ ਹੋ, ਉਹ ਜੱਜ ਕਰ ਲੈਂਦੇ ਨੇ ਵੀ ਤੁਸੀਂ ਕੁਛ ਸ਼ਰਾਬ ਪੀਤੀ ਹੋਈ ਹੈ ਕਿ ਨਹੀਂ ਪੀਤੀ ਹੋਈ ਹੈ, ਕੋਈ ਡਰੱਗਸ ਕੀਤੇ ਹੋਏ ਨੇ। ਤਾਂ ਉਸ ਬੇਸਿਸ 'ਤੇ ਉਹਨਾਂ ਨੂੰ ਜਦੋਂ ਲੱਗ ਜਾਂਦਾ ਵੀ ਹਾਂਜੀ ਲੱਗਦਾ ਵੀ ਤੁਸੀਂ ਡਰੱਗਸ ਕੀਤੇ ਨੇ, ਸ਼ਰਾਬ ਪੀਤੀ, ਨੂੰ ਅਰੈਸਟ ਕਰ ਲੈਂਦੇ ਨੇ। ਜਦੋਂ ਅਰੈਸਟ ਕਰਦੇ ਨੇ ਜੀ, ਉਹ ਤੁਹਾਨੂੰ ਪਹਿਲਾਂ ਦੱਸਦੇ ਨੇ ਕਿ ਅਰੈਸਟ ਤੁਹਾਨੂੰ ਅਸੀਂ ਕਿਉਂ ਕਰ ਰਹੇ ਹਾਂ, ਤੁਹਾਨੂੰ ਇੱਕ ਵਕੀਲ ਨਾਲ ਗੱਲ ਕਰਨ ਦਾ ਮੌਕਾ ਵੀ ਦਿੱਤਾ ਜਾਂਦਾ ਅਰੈਸਟ ਕਰਨ ਤੋਂ ਬਾਅਦ। ਅਰੈਸਟ ਕਰਕੇ ਤੁਹਾਨੂੰ ਉਹ ਲੈ ਜਾਂਦੇ ਨੇ ਜੀ ਪੁਲਿਸ ਸਟੇਸ਼ਨ ਯੂਜ਼ਲੀ। ਉੱਥੇ ਜਾ ਕੇ ਸਭ ਤੋਂ ਪਹਿਲੀ ਚੀਜ਼ ਉਹਨਾਂ ਨੇ ਹੁੰਦਾ ਕਿ ਤੁਹਾਨੂੰ ਇੱਕ ਵਕੀਲ ਨਾਲ ਗੱਲ ਕਰਾਈ ਜਾਵੇ, ਭਾਵੇਂ ਉਹ ਤੁਹਾਡਾ ਆਪਣਾ ਵਕੀਲ ਹੋਵੇ, ਤੁਹਾਨੂੰ ਪੁੱਛਦੇ ਨੇ ਕਿ ਤੁਹਾਡਾ ਕੋਈ ਆਪਣਾ ਵਕੀਲ ਹੈਗਾ, ਤੁਸੀਂ ਉਹਨਾਂ ਦਾ ਨਾਮ ਤੇ ਨੰਬਰ ਦੇ ਦਿਓ, ਜਾਂ ਜੇ ਤੁਹਾਡੇ ਕੋਲ ਆਪਣਾ ਨਹੀਂ ਵਕੀਲ ਹੈਗਾ ਤਾਂ ਇੱਕ ਡਿਊਟੀ ਕਾਊਂਸਲ ਕਰਕੇ ਚੀਜ਼ ਹੁੰਦੀ ਹੈ ਜੋ ਕਿ ਸਰਕਾਰੀ ਫ੍ਰੀ ਵਕੀਲ ਹੁੰਦੇ ਨੇ ਜਿਹੜੇ ਇਸ ਤਰੀਕੇ ਦੇ ਮੌਕੇ 'ਤੇ ਤੁਹਾਡੀ ਹੈਲਪ ਕਰਦੇ ਨੇ। ਫਿਰ ਉਹਨਾਂ ਨਾਲ ਤੁਹਾਡੀ ਗੱਲ ਕਰਾ ਦਿੰਦੇ ਨੇ, ਉਹ ਤੁਹਾਨੂੰ ਇੱਕ ਬੇਸਿਕ ਐਡਵਾਈਸ ਦੇ ਦਿੰਦੇ ਨੇ ਕਿ ਹੁਣ ਪੁਲਿਸ ਤੁਹਾਡੀ ਇੰਟਰਵਿਊ ਲਏਗੀ ਜਾਂ ਪੁਲਿਸ ਉਹ ਤੋਂ ਕੁਛ ਪੁੱਛੇਗੀ ਜਾਂ ਨਹੀਂ ਪੁੱਛੇਗੀ, ਤੁਸੀਂ ਕੀ ਜਵਾਬ ਦੇਣੇ ਨੇ, ਇੰਨੀ ਇੱਕ ਸਲਾਹ ਉਹ ਦੇ ਦਿੰਦੇ ਨੇ ਤਾਂ ਕਿ ਤੁਹਾਨੂੰ ਉਸ ਦਿਨ ਤੱਕ ਦੀ। ਫਿਰ ਤੁਹਾਡੀ ਉਦੋਂ ਬਾਅਦ ਪੁਲਿਸ ਜੋ ਵੀ ਤੁਹਾਨੂੰ ਕੁਛ ਪੁੱਛਦੀ ਹੈ ਅਤੇ ਜੇ ਤੁਸੀਂ ਉਹਦਾ ਆਨਸਰ ਦਿੰਦੇ ਹੋ ਤਾਂ ਫਿਰ ਉਹ ਤੁਹਾਡੇ ਖਿਲਾਫ ਵੀ ਯੂਜ਼ ਕੀਤਾ ਜਾ ਸਕਦਾ। ਤਾਂ ਉਸ ਮੌਕੇ 'ਤੇ ਜਿਹੜੀ ਵਕੀਲ ਨਾਲ ਗੱਲ ਕਰਨ ਦਾ ਜਿਹੜਾ ਆਪਣਾ ਅਧਿਕਾਰ ਹੈ ਜੀ, ਉਹ ਪੁਲਿਸ ਆਪਣੇ ਤੋਂ ਨਹੀਂ ਲੈ ਸਕਦੀ, ਉਹ ਆਪਾਂ ਨੂੰ ਦੇਣਾ ਹੀ ਪੈਣਾ। ਜੇ ਉਹ ਨਹੀਂ ਕਰਦੇ ਤਾਂ ਤੁਸੀਂ ਬੇਸਿਕਲੀ ਬਾਅਦ 'ਚ ਕੇਸ ਜਿੱਤ ਸਕਦੇ ਹੋ ਆਪਣਾ ਉਸ ਬਿਹਾਫ 'ਤੇ। ਦੂਸਰੀ ਗੱਲ ਹੈ ਕਿ ਜਦੋਂ ਵਕੀਲ ਸਾਹਿਬ ਸਲਾਹ ਦਿੰਦੇ ਨੇ ਤੁਹਾਨੂੰ, ਉਹ ਜ਼ਿਆਦਾਤਰ ਬਸ ਇਹੀ ਗੱਲ ਕਹਿੰਦੇ ਨੇ ਉਸ ਮੌਕੇ 'ਤੇ, ਕਿਉਂਕਿ ਉਸ ਮੌਕੇ 'ਤੇ ਇਹਨਾਂ ਕੇਸ ਬਾਰੇ ਨਹੀਂ ਪਤਾ ਹੁੰਦਾ। ਤਾਂ ਉਸ ਮੌਕੇ ਤੋਂ ਸਿਰਫ ਇਹੀ ਕਹਿੰਦੇ ਨੇ ਕਿ ਤੁਸੀਂ
ਕੁਛ ਨਾ ਕਹੋ ਪੁਲਿਸ ਦੇ ਅੱਗੇ, ਚਾਹੇ ਪੁਲਿਸ ਤੁਹਾਨੂੰ ਇੱਕ ਸਵਾਲ 50 ਵਾਰ ਵੀ ਪੁੱਛੇ, ਤੁਸੀਂ ਸਿਰਫ ਇਹ ਕਹੋ ਮੈਨੂੰ ਕੁਛ ਨਹੀਂ ਪਤਾ ਜਾਂ ਮੈਂ ਕੁਛ ਨਹੀਂ ਜਾਣਦਾ, ਜਾਂ ਤੁਸੀਂ ਡਿਨਾਈ ਵੀ ਕਰ ਸਕਦੇ ਹੋ ਮੈਂ ਕੁਛ ਕਹਿਣਾ। ਹਾਂਜੀ, ਉਹ ਪੁਲਿਸ ਤੁਹਾਨੂੰ ਬਾਰ-ਬਾਰ ਪੁੱਛ ਸਕਦੀ ਹੈ ਪਰ ਤੁਸੀਂ ਡਿਨਾਈ ਕਰ ਸਕਦੇ ਹੋ, ਕਿਉਂਕਿ ਤੁਹਾਨੂੰ ਚੁੱਪ ਰਹਿਣ ਦਾ ਵੀ ਅਧਿਕਾਰ ਹੈ। ਤਾਂ ਤੁਹਾਨੂੰ ਪੁਲਿਸ ਫੋਰਸਫੁਲੀ ਨਹੀਂ ਕੁਛ ਕਹਿਣ ਲਈ ਮਜਬੂਰ ਕਰ ਸਕਦੀ, ਕਿਉਂਕਿ ਜੇ ਤੁਸੀਂ ਕੁਛ ਜਵਾਬ ਦਿੰਦੇ ਹੋ ਤਾਂ ਤੁਹਾਡੇ ਅਗੇਂਸਟ ਉਹ ਗੱਲ ਕੱਲ੍ਹ ਨੂੰ ਯੂਜ਼ ਹੋ ਸਕਦੀ ਹੈ ਕੋਰਟ ਦੇ ਵਿੱਚ। ਤਾਂ ਇੱਕ ਇਹ ਸ਼ੁਰੂ ਦੇ ਪ੍ਰੋਸੀਜਰ ਹੁੰਦਾ ਜੀ। ਤੇ ਇਹ ਵੀ ਕਈ ਵਾਰ ਕਹਿ ਦਿੱਤਾ ਜਾ ਸਕਦਾ ਜੀ, ਜੇ ਮੰਨ ਲਓ ਮੈਂ ਫੜਿਆ ਜਾਂਦਾ, ਮੈਂ ਜਵਾਬ ਨਹੀਂ ਦਿੰਦਾ ਕਿਸੇ ਗੱਲ ਦੇ ਉੱਤੇ ਵੀ ਚੁੱਪ ਰਹਿਣਾ ਮੈਂ, ਹਾਂਜੀ, ਤਾਂ ਉਹ ਇਹ ਵੀ ਤਾਂ ਕਹਿ ਸਕਦੇ ਆ ਕਿ ਸਾਡੇ ਨਾਲ ਕੋਆਪਰੇਟ ਨਹੀਂ ਕਰ ਰਿਹਾ। ਨਹੀਂ ਜੀ, ਕੋਆਪਰੇਟ ਨਾ ਕਰਨਾ ਹੁੰਦਾ ਕਿ ਤੁਸੀਂ ਮੰਨ ਲਓ ਪੁਲਿਸ ਨੂੰ ਨਾਲ ਬਹਿ ਵੀ ਨਹੀਂ ਰਹੇ, ਜਿੱਥੇ ਪੁਲਿਸ ਬਿਠਾ ਰਹੀ ਹੈ ਤੁਸੀਂ ਰੌਲਾ ਪਾ ਰਹੇ ਹੋ, ਤੁਸੀਂ ਭੱਜਣ ਦੀ ਕੋਸ਼ਿਸ਼ ਕਰ ਰਹੇ ਹੋ, ਉਸ ਚੀਜ਼ ਨੂੰ ਆਪਾਂ ਕਹਿ ਸਕਦੇ ਵੀ ਕੋਆਪਰੇਟ ਨਹੀਂ ਕਰ ਰਹੇ। ਪਰ ਪੁਲਿਸ ਤੁਹਾਨੂੰ ਕੋਈ ਚੀਜ਼ ਪੁੱਛ ਰਹੀ ਹੈ, ਜੇ ਤੁਸੀਂ ਉਹਦਾ ਜਵਾਬ ਨਹੀਂ ਦੇ ਰਹੇ, ਤੁਸੀਂ ਸਿਰਫ ਇਹ ਕਹਿ ਰਹੇ ਹੋ ਕਿ ਜਾਂ ਤਾਂ ਮੇਰੇ ਵਕੀਲ ਸਾਹਿਬ ਨੇ ਕਿਹਾ ਮੈਂ ਕੋਈ ਜਵਾਬ ਨਹੀਂ ਦੇਣਾ, ਮੇਰਾ ਕੋਈ ਜਵਾਬ ਨਹੀਂ, ਜਾਂ ਨੋ ਕਮੈਂਟਸ, ਜਾਂ ਆਈ ਡੋਂਟ ਨੋ, ਹਰ ਚੀਜ਼ ਨੂੰ ਚਾਹੇ ਜਿੰਨੇ ਤੁਹਾਨੂੰ 100 ਸਵਾਲ ਪੁੱਛਿਆ ਜਾਵੇ, ਉਹਨੂੰ ਕੋਈ ਆਪਾਂ ਇਹ ਨਹੀਂ ਕਹਾਂਗੇ ਕਿ ਕੋਆਪਰੇਟ ਨਹੀਂ ਕਰ ਰਹੇ। ਉਹ ਤੁਹਾਡਾ ਅਧਿਕਾਰ ਹੈ ਚੁੱਪ ਰਹਿਣਾ ਤੇ ਆਪ ਦੇ ਖਿਲਾਫ ਕੋਈ ਐਵੀਡੈਂਸ ਨਾ ਦੇਣਾ, ਸਬੂਤ ਨਾ ਦੇਣਾ, ਜਿਹੜੀ ਕੱਲ੍ਹ ਨੂੰ ਤੁਹਾਡੇ ਅਗੇਂਸਟ ਕੋਈ ਚੀਜ਼ ਯੂਜ਼ ਹੋ ਸਕੇ। ਤੇ ਕਈ ਵਾਰ ਪੁਲਿਸ ਫਿੰਗਰਪ੍ਰਿੰਟਸ ਮੰਗਦੀ ਆ, ਉਹ ਦੇ ਦੇਣੇ ਚਾਹੀਦੇ ਆ। ਹਾਂਜੀ, ਪੁਲਿਸ ਜੇ ਐ ਹੁੰਦਾ ਜੀ, ਹਰ ਕੇਸ 'ਚ ਇਕੱਲੇ ਡਰਿੰਕਿੰਗ ਐਂਡ ਡਰਾਈਵਿੰਗ 'ਚ ਨਹੀਂ, ਤਕਰੀਬਨ ਹਰ ਕੇਸ ਜਦੋਂ ਤੁਸੀਂ ਕ੍ਰਿਮੀਨਲ ਓਫੈਂਸ ਨਾਲ ਚਾਰਜ ਹੁੰਦੇ ਹੋ, ਤੁਹਾਨੂੰ ਇੱਕ ਪੁਲਿਸ ਸਟੇਸ਼ਨ ਬੁਲਾਉਂਦੀ ਹੈ, ਜਾਂ ਤਾਂ ਉਸੇ ਦਿਨ ਤੁਹਾਡੇ ਫਿੰਗਰਪ੍ਰਿੰਟਸ 'ਤੇ ਫੋਟੋ ਲੈ ਲੈਂਦੀ ਹੈ, ਜਾਂ ਬਾਅਦ ਵਿੱਚ ਬੁਲਾਉਂਦੀ ਹੈ ਤੁਹਾਨੂੰ। ਉਹਦੇ ਵਿੱਚ ਤੁਹਾਨੂੰ ਜਾਣਾ ਪੈਂਦਾ ਅਤੇ ਜਾਣਾ ਚਾਹੀਦਾ। ਉਹ ਇੱਕ ਪ੍ਰੋਸੀਜਰ ਹੈ, ਲਾਅ ਹੈ, ਉਹ ਤੁਹਾਨੂੰ ਦੇਣੇ ਪੈਣਗੇ। ਉਦੋਂ ਬਾਅਦ ਕੀ ਹੁੰਦਾ, ਜਦੋਂ ਪਰ ਕੇਸ ਖਤਮ ਹੋ ਜਾਂਦਾ, ਤੁਸੀਂ ਇੱਕ ਅਲੱਗ ਐਪਲੀਕੇਸ਼ਨ ਦੇ ਕੇ ਉਹ ਫਿੰਗਰਪ੍ਰਿੰਟਸ ਤੇ ਫੋਟੋ ਨੂੰ ਮਿਟਾ ਸਕਦੇ ਹੋ, ਤਾਂ ਉਹ ਤੁਸੀਂ ਬਾਅਦ ਦੇ ਵਿੱਚ ਉਹਨਾਂ ਨੂੰ ਮਿਟਾ ਸਕਦੇ ਹੁੰਦੇ ਹੋ। ਜੇ ਕਿਸੇ ਨੂੰ ਕੋਈ ਐਵੇਂ ਦੀ ਚਿੰਤਾ ਹੈ ਕਿ ਉਹ ਸਾਡੇ ਕੱਲ੍ਹ ਨੂੰ ਬਾਅਦ 'ਚ ਕੋਈ ਇਮੀਗ੍ਰੇਸ਼ਨ 'ਚ ਨਾ ਯੂਜ਼ ਹੋਵੇ, ਕੁਝ ਹੋਵੇ, ਪਹਿਲੀ ਗੱਲ ਤਾਂ ਉਹ ਨਹੀਂ ਹੁੰਦੇ, ਉਹ ਪੁਲਿਸ ਦਾ ਆਪਣਾ ਰਿਕਾਰਡ ਹੁੰਦਾ, ਪਰ ਉਹਨੂੰ ਵੀ ਤੁਸੀਂ ਖਤਮ ਕਰ ਸਕਦੇ ਹੋ ਬਾਅਦ ਦੇ ਵਿੱਚ। ਰਾਈਟ ਜੀ। ਤੇ ਡਿਸਕਲੋਜ਼ਰ ਕਿਹਨੂੰ ਕਹਿੰਦੇ ਅਸੀਂ ਜੀ? ਡਿਸਕਲੋਜ਼ਰ ਕੀ ਹੈ ਇਹ? ਡਿਸਕਲੋਜ਼ਰ ਐਵੇਂ ਹੈ ਜੀ, ਜਦੋਂ ਵੀ ਤੁਸੀਂ ਕੋਈ ਵੀ ਕੈਨੇਡਾ ਦੇ ਵਿੱਚ ਕ੍ਰਿਮੀਨਲ ਓਫੈਂਸ ਨਾਲ ਚਾਰਜ ਹੁੰਦੇ ਹੋ, ਤਾਂ ਪੁਲਿਸ ਚਾਰਜ ਕਰਕੇ ਤੁਹਾਨੂੰ ਰਿਲੀਜ਼ ਕਰ ਦਿੰਦੀ ਹੈ। ਇੱਕ ਵਾਰੀ ਅਰੈਸਟ ਕਰਨ ਤੋਂ ਬਾਅਦ ਰਿਲੀਜ਼ ਜਾਂ ਤਾਂ ਜੱਜ ਅੱਗੇ ਪੇਸ਼ ਕਰਦੇ ਨੇ, ਜੱਜ ਤੁਹਾਨੂੰ ਬੇਲ ਦੇ ਦਿੰਦਾ, ਜਾਂ ਪੁਲਿਸ ਕੋਲੇ ਪਾਵਰਾਂ ਹੁੰਦੀਆਂ ਕਈ ਕੇਸ 'ਚ ਉਹ ਆਪੇ ਤੁਹਾਨੂੰ ਰਿਲੀਜ਼ ਕਰ ਦਿੰਦੇ ਨੇ ਇੱਕ ਅੰਡਰਟੇਕਿੰਗ ਦੇ ਕੇ ਕਿ ਆਹ ਤੁਹਾਡੀ ਕੋਰਟ ਡੇਟ ਹੈ, ਇਸ ਦਿਨ ਤੁਸੀਂ ਕੋਰਟ 'ਚ ਆਉਣਾ, ਤੁਹਾਡਾ ਕੇਸ ਚੱਲੇਗਾ। ਠੀਕ ਹੈ ਜੀ। ਹੁਣ ਜਦੋਂ ਆਪਣੇ ਤੇ ਮੰਨ ਲਓ ਮੇਰੇ ਤੇ ਕੋਈ ਚਾਰਜ ਲੱਗੇ, ਪਰ ਮੈਨੂੰ ਨਹੀਂ ਪਤਾ ਕਿ ਮੇਰੇ ਤੇ ਉਹ ਚਾਰਜ ਕਿਵੇਂ ਲੱਗੇ ਨੇ, ਮੇਰੇ ਖਿਲਾਫ ਕੀ ਸਬੂਤ ਨੇ, ਮੈਂ ਆਪਣੇ ਆਪ ਨੂੰ ਕਿਵੇਂ ਡਿਫੈਂਡ ਕਰਾਂ, ਤਾਂ ਉਸ ਚੀਜ਼ ਲਈ ਪੁਲਿਸ ਇੱਕ ਡਿਸਕਲੋਜ਼ਰ ਤਿਆਰ ਕਰਦੀ ਹੈ, ਜੋ ਕਿ ਉਹ ਸਰਕਾਰੀ ਵਕੀਲ ਨੂੰ ਦੇ ਦਿੰਦੀ ਹੈ। ਸਰਕਾਰੀ ਵਕੀਲ ਜਿਹੜਾ ਅਕਿਊਜ਼ਡ ਹੈ, ਜਿਹਦੇ ਚਾਰਜ ਲੱਗੇ ਨੇ, ਉਹਦੇ ਵਕੀਲ ਨੂੰ ਅੱਗੇ ਫਾਰਵਰਡ ਕਰ ਦਿੰਦਾ। ਤਾਂ ਉਹ ਡਿਸਕਲੋਜ਼ਰ ਦੇ ਵਿੱਚ ਪੁਲਿਸ ਕੋਲੇ ਤੁਹਾਡੇ ਖਿਲਾਫ ਜਿੰਨੇ ਵੀ ਸਬੂਤ ਨੇ, ਕਿਸੇ ਨੇ 911 ਕਾਲ ਕੀਤੀ ਉਹਦੀ ਰਿਕਾਰਡਿੰਗ, ਤੁਹਾਡੇ ਖਿਲਾਫ ਕੋਈ ਵਿਟਨੈਸ ਨੇ ਉਹਨਾਂ ਦੀ ਗਵਾਹੀਆਂ, ਜਿਹਨੇ ਕੰਪਲੇਂਟ ਕੀਤੀ ਉਹਦੀ ਸਟੇਟਮੈਂਟ, ਵੀਡੀਓ ਰਿਕਾਰਡਡ ਸਟੇਟਮੈਂਟਸ, ਪੁਲਿਸ ਦੇ ਆਪਦੇ ਨੋਟਸ, ਇਸ ਤੋਂ ਇਲਾਵਾ ਕੋਈ ਵੀ ਹੋਰ ਕੋਈ ਵੈਪਨ ਮਿਲਿਆ, ਕੋਈ ਹੋਰ ਚੀਜ਼ ਮਿਲੀ ਹੈ ਤੁਹਾਡੇ ਖਿਲਾਫ, ਉਹ ਚੀਜ਼ ਡਿਸਕਲੋਜ਼ਰ 'ਚ ਤੁਹਾਨੂੰ ਦੇ ਦਿੱਤੀ ਜਾਂਦੀ ਹੈ, ਤਾਂ ਕਿ ਤੁਹਾਨੂੰ ਪਤਾ ਹੋਵੇ ਵੀ ਤੁਹਾਡੇ ਖਿਲਾਫ ਪੂਰਾ ਕੇਸ ਕੀ ਹੈ, ਤੁਸੀਂ ਆਪਣੇ ਆਪ ਨੂੰ ਚੰਗੀ ਤਰ੍ਹਾਂ ਡਿਫੈਂਡ ਕਰ ਸਕੋ। ਉਹਨੂੰ ਡਿਸਕਲੋਜ਼ਰ ਕਿਹਾ ਜਾਂਦਾ ਜੀ। ਅਤੇ ਬਹੁਤ ਵਾਰੀ ਸਾਡੇ ਜਿਹੜੇ ਰਾਈਟਸ ਨੇ ਕ੍ਰਿਮੀਨਲ ਕੇਸ ਦੇ ਵਿੱਚ ਵੇਰੀਅਸ ਸਟੇਜਸ ਦੇ ਉੱਤੇ, ਖਾਸ ਤੌਰ 'ਤੇ ਜਦੋਂ ਸਾਨੂੰ ਚਾਰਜ ਕਰ ਦਿੱਤਾ ਜਾਂਦਾ, ਗ੍ਰਿਫਤਾਰ ਕਰ ਲਿਆ ਜਾਂਦਾ ਹੈ, ਰਾਈਟ ਟੂ ਐਨਗੇਜ ਏ ਲਾਇਰ, ਰਾਈਟ ਟੂ ਰਿਮੇਨ ਸਾਇਲੈਂਟ, ਰਾਈਟ ਟੂ ਪ੍ਰਾਈਵੇਸੀ, ਹਾਂਜੀ, ਇਹ ਸਾਰੇ ਮੇਨਟੇਨ ਰਹਿੰਦੇ ਨੇ ਜੀ। ਇਹਨਾਂ ਨੂੰ ਕੋਈ ਖਤਰਾ ਤਾਂ ਨਹੀਂ ਹੁੰਦਾ? ਪੁਲਿਸ ਨੂੰ ਹਦਾਇਤਾਂ ਤਾਂ ਇਹੀ ਦਿੱਤੀ ਜਾਂਦੀਆਂ ਨੇ ਜੀ ਕਿ ਸਾਰੀ ਚੀਜ਼ਾਂ, ਕਿਉਂਕਿ ਇੱਕ ਕ੍ਰਿਮੀਨਲ ਕੇਸ ਦੇ ਵਿੱਚ ਪੁਲਿਸ ਇੱਕ ਮੇਨ ਏਜੰਸੀ ਹੈ ਜਿਹੜਾ ਰੋਲ ਪਲੇ ਕਰਦੀ ਹੈ, ਕਿਉਂਕਿ ਪੁਲਿਸ ਨੇ ਇਨਵੈਸਟੀਗੇਸ਼ਨ, ਤਫਤੀਸ਼, ਪੁਲਿਸ ਨੇ ਅਰੈਸਟ ਕਰਨਾ, ਸਾਰਾ ਕੁਝ ਪੁਲਿਸ ਨੇ ਕਰਨਾ ਹੁੰਦਾ। ਤਾਂ ਪੁਲਿਸ ਨੂੰ ਹਦਾਇਤਾਂ ਤਾਂ ਇਹੀ ਹੁੰਦੀਆਂ ਨੇ ਜੀ ਕਿ ਤੁਸੀਂ ਇਹ ਸਾਰਾ ਕੁਝ ਮੇਨਟੇਨ ਰੱਖਣਾ, ਤੁਸੀਂ ਇਹਨਾਂ ਨੂੰ ਫੋਲੋ ਕਰਨਾ। ਪਰ ਕਈ ਵਾਰੀ ਪੁਲਿਸ ਅਣਜਾਣੇ ਜਾਂ ਕੁਝ ਵੈਸੇ ਹੀ ਕਈ ਵਾਰੀ ਪ੍ਰੋਸੀਜਰ 'ਚ ਗਲਤੀ ਹੋ ਜਾਂਦੀ ਹੈ, ਪੁਲਿਸ ਇਹਨਾਂ ਚੀਜ਼ਾਂ ਨੂੰ ਨਹੀਂ ਫੋਲੋ ਕਰ ਪਾਉਂਦੀ। ਉੱਥੇ ਫਿਰ ਇੱਕ ਡਿਫੈਂਸ ਕਾਊਂਸਲ ਜਿਹੜਾ ਹੁੰਦਾ ਉਹਦਾ ਰੋਲ ਆਉਂਦਾ, ਜਿਹੜਾ ਇੱਕ ਲਾਇਰ ਜਿਹੜਾ ਰਿਪਰੈਜ਼ੈਂਟ ਕਰਦਾ ਕਲਾਇੰਟਸ ਨੂੰ। ਉੱਥੇ ਕਿਉਂਕਿ ਉਹਨਾਂ ਨੂੰ ਡਿਫੈਂਸ ਕਾਊਂਸਲ ਨੂੰ ਇਹਨਾਂ ਚੀਜ਼ਾਂ ਦਾ ਪਤਾ ਹੁੰਦਾ ਕਿ ਕਿਹੜੇ ਤੁਹਾਡੇ ਰਾਈਟਸ ਨੇ, ਕਿਵੇਂ ਪ੍ਰੋਸੀਜਰ ਫੋਲੋ ਕਰਨਾ ਹੈ। ਤਾਂ ਜੇ ਕੋਈ ਪ੍ਰੋਸੀਜਰ ਨਹੀਂ ਫੋਲੋ ਹੁੰਦਾ, ਕੋਈ ਰਾਈਟ ਤੁਹਾਡਾ ਵਾਇਲੇਟ ਹੁੰਦਾ, ਤਾਂ ਜਦੋਂ ਤੁਹਾਡਾ ਕੇਸ ਚੱਲਦਾ, ਤੁਸੀਂ ਜੱਜ ਅੱਗੇ ਉਹ ਚੀਜ਼ਾਂ ਨੂੰ ਪ੍ਰੈਜ਼ੈਂਟ ਕਰਦੇ ਹੋ, ਤਾਂ ਇਹਨਾਂ ਚੀਜ਼ਾਂ ਦੇ ਬੇਸਿਸ 'ਤੇ ਤੁਸੀਂ ਆਪਣੇ ਕੇਸ ਦੇ ਵਿੱਚ ਇੱਕ ਅਪਰ ਹੈਂਡ ਲੈ ਲੈਂਦੇ ਹੋ, ਤੁਸੀਂ ਆਪਣੇ ਕੇਸ ਨੂੰ ਜਿੱਤ ਵੀ ਸਕਦੇ ਹੁੰਦੇ ਹੋ ਜੇ ਤੁਹਾਡਾ ਕੋਈ ਰਾਈਟ ਵਾਇਲੇਟ ਹੋਇਆ ਹੋਵੇ। ਤਾਂ ਇਸ ਕਰਕੇ ਉਹ ਫੋਲੋ ਹੁੰਦੇ ਨੇ ਜੀ, ਪਰ ਕਈ ਕੇਸਿਸ ਨਹੀਂ ਵੀ ਹੁੰਦੇ। ਅਤੇ ਜਸਵਿੰਦਰ ਜੀ, ਗੱਲ ਕੀਤੀ ਤੁਸੀਂ ਜਿਵੇਂ ਕਿ ਸਾਨੂੰ ਪੁਲਿਸ ਪਹਿਚਾਣ ਲੈਂਦੀ ਹੈ ਕਿ ਕੋਈ ਨਸ਼ਾ ਕੀਤਾ ਹੋ ਸਕਦਾ ਹੈ, ਸਾਡੀ ਚਾਲ ਦੇਖ ਕੇ, ਸਾਡੀ ਮਹਿਕ ਦੇਖ ਕੇ, ਅੱਖਾਂ ਦੇਖ ਕੇ। ਹਾਂਜੀ। ਅਤੇ ਹੁਣ ਕਈ ਨਸ਼ੇ ਅਜਿਹੇ ਨੇ, ਜਿਵੇਂ ਮੈਰੀਜੁਆਨਾ ਜਦੋਂ ਲੀਗਲਾਈਜ਼ ਹੋਈ, ਰੈਗੂਲਰਾਈਜ਼ ਕਰ ਦਿੱਤੀ ਗਈ, ਹਾਂਜੀ, ਉਹਦਾ ਨਸ਼ਾ ਤਾਂ ਪਤਾ ਨਹੀਂ ਲੱਗਦਾ ਵੀ ਇਹਨੇ ਕੀਤਾ ਹੋਇਆ ਕਿ ਨਹੀਂ ਕੀਤਾ ਹੋਇਆ। ਉਸ ਕੇਸ ਵਿੱਚ ਪੁਲਿਸ ਕਿਵੇਂ ਸਾਨੂੰ ਫੜਦੀ ਹੈ ਜਾਂ ਪਹਿਚਾਣਦੀ ਹੈ ਜੀ?
ਉਸ ਕੇਸ ਵਿੱਚ ਆਈ ਹੁੰਦਾ ਜੀ, ਬੜਾ ਅੱਛਾ ਸਵਾਲ ਹੈ ਜੀ। ਮੈਂ ਇਸ ਤੋਂ ਪਹਿਲਾਂ ਇੱਕ ਹੋਰ ਚੀਜ਼ ਦੱਸਦਾ ਕਿ ਜਿਹਨੂੰ ਆਪਾਂ ਇੱਕ ਆਮ ਲੇਮਨ ਲੈਂਗੁਏਜ ਡਰਿੰਕਿੰਗ ਐਂਡ ਡਰਾਈਵਿੰਗ ਦਾ ਆਫੈਂਸ ਕਹਿ ਦਿੰਦੇ ਆ ਜਾਂ DUI ਕਹਿ ਦਿੰਦੇ ਹੁੰਦੇ ਆ ਆਮ, ਉਹਦੇ ਵਿੱਚ ਐਕਚੁਅਲ 'ਚ 2 ਆਫੈਂਸਿਸ ਹੁੰਦੇ ਨੇ। ਇੱਕ ਹੁੰਦਾ ਜੀ ਓਵਰ 80 ਦਾ ਆਫੈਂਸ, ਇੱਕ ਹੁੰਦਾ ਜੀ ਇੰਪੇਅਰਡ ਡਰਾਈਵਿੰਗ ਦਾ ਆਫੈਂਸ। ਓਵਰ 80 ਦਾ ਆਫੈਂਸ ਦਾ ਮਤਲਬ ਇਹ ਹੈ ਕਿ ਤੁਸੀਂ 80 ਮਿਲੀਗ੍ਰਾਮ ਪਰ 100 ਲੀਟਰਸ ਆਫ ਮਿਲੀਗ੍ਰਾਮਸ ਆਫ ਬਲੱਡ ਤੋਂ ਜ਼ਿਆਦਾ ਸ਼ਰਾਬ ਪੀਤੀ ਹੋਈ ਹੈ, ਉਹ ਇਕੱਲਾ ਸ਼ਰਾਬ ਦਾ ਆਫੈਂਸ ਹੈ। ਰਾਈਟ ਜੀ। ਜੇ ਤੁਸੀਂ 80 ਤੋਂ ਵੱਧ ਪੀ ਲਓਗੇ, ਸਪੋਜ਼ ਕਰੋ ਤੁਸੀਂ ਵੱਧ ਸ਼ਰਾਬ ਬੀਅਰ ਕੁਝ ਵੀ ਤੁਸੀਂ ਪੀ ਲਿਆ, ਤਾਂ ਉਹ ਤੁਸੀਂ ਕ੍ਰਿਮੀਨਲ ਰੇਂਜ ਦੇ ਵਿੱਚ ਆ ਜਾਂਦੇ ਹੋ। ਫਿਰ ਤੁਸੀਂ ਗੱਡੀ ਚਲਾਉਂਦੇ ਹੋ, ਪੁਲਿਸ ਨੂੰ ਫੜਦੀ, ਭਾਵੇਂ ਤੁਸੀਂ ਗੱਡੀ ਬਿਲਕੁਲ ਸਹੀ ਚਲਾ ਰਹੇ ਹੋ, ਤੁਸੀਂ ਕੋਈ ਰੂਲ ਨਹੀਂ ਤੋੜਿਆ, ਪਰ ਕੁਦਰਤੀ ਤੁਸੀਂ ਕਿਤੇ ਪੁਲਿਸ ਤੁਹਾਨੂੰ ਰੈਂਡਮਲੀ ਵੀ ਚੈੱਕ ਕਰ ਲੈਂਦੇ, ਤੁਹਾਡਾ ਉੱਥੇ ਤੁਸੀਂ ਬਲੋ ਕਰਦੇ ਹੋ, ਉਹਦੇ ਵਿੱਚ ਜ਼ਿਆਦਾ ਆ ਜਾਂਦਾ, ਤਾਂ ਤੁਸੀਂ ਚਾਰਜ ਹੋ ਜਾਂਦੇ ਹੋ। ਇੱਕ ਆਫੈਂਸ ਹੁੰਦਾ ਜੀ ਇੰਪੇਅਰਡ ਡਰਾਈਵਿੰਗ ਦਾ, ਜਿਹਦੇ ਵਿੱਚ ਤੁਸੀਂ ਸ਼ਰਾਬ ਪੀਤੀ ਹੋਵੇ, ਕੋਈ ਹੋਰ ਡਰੱਗਸ ਕੀਤੇ ਹੋਣ, ਕੁਝ ਵੀ ਹੋਵੇ, ਭਾਵੇਂ ਤੁਸੀਂ ਸ਼ਰਾਬ 80 ਤੋਂ ਘੱਟ ਵੀ ਪੀਤੀ ਹੈ, ਤੁਸੀਂ ਡਰੱਗਸ ਕੀਤੇ ਨੇ, ਘੱਟ ਕੀਤੇ ਨੇ, ਵੱਧ ਕੀਤੇ ਨੇ, ਪਰ ਤੁਸੀਂ ਗੱਡੀ ਸਹੀ ਨਹੀਂ ਚਲਾ ਰਹੇ। ਤੁਹਾਡੀ ਗੱਡੀ ਚਲਾਉਣ ਦੀ ਜਿਹੜੀ ਖਮਤਾ ਉਹ ਤੁਹਾਡੇ ਕੋਲ 100% ਨਹੀਂ ਹੈਗੀ। ਤੁਸੀਂ ਟੇਢੀ ਮੇਢੀ ਗੱਡੀ ਚਲਾ ਰਹੇ ਹੋ, ਕਿਸੇ 'ਚ ਮਾਰੀ ਤੁਸੀਂ ਗੱਡੀ, ਤੁਸੀਂ ਐਕਸੀਡੈਂਟ ਕਰਤਾ, ਕਿਸੇ ਪੋਲ 'ਚ ਮਾਰੀ, ਤੁਹਾਨੂੰ ਕੋਈ ਕੰਪਲੇਂਟ ਕਰ ਦਿੰਦਾ, ਪੁਲਿਸ ਦੇਖ ਲੈਂਦੀ ਹੈ, ਫਿਰ ਪੁਲਿਸ ਤੁਹਾਡੇ ਕੋਲ ਆਉਂਦੀ ਹੈ। ਹੁਣ ਜਿਵੇਂ ਤੁਸੀਂ ਦੱਸਿਆ ਵੀ ਡਰੱਗਸ ਕੀਤੇ ਹੋ ਸਕਦੇ, ਮੈਰੀਜੂਆਨਾ ਕੀਤਾ ਹੋ ਸਕਦਾ, ਤਾਂ ਉਹਦੇ ਵਿੱਚ ਪੁਲਿਸ ਹਰ ਇੱਕ ਡਰੱਗ ਦੇ ਕੋਈ ਨਾ ਕੋਈ ਸਿੰਪਟਮ ਤਾਂ ਹੁੰਦੇ ਨੇ ਜੀ, ਕਿਉਂਕਿ ਜੇ ਡਰੱਗਸ ਇਹੋ ਜਿਹੀ ਚੀਜ਼ ਹੈ, ਆਪਾਂ ਕਰਦੇ ਤਾਂ ਕਿ ਉਹਦੇ ਤੋਂ ਆਪਾਂ ਨੂੰ ਕੋਈ ਨਾ ਕੋਈ ਰਿਲੀਫ ਮਿਲਦਾ ਕਿਸੇ ਨਾ ਕਿਸੇ ਬੰਦੇ ਨੂੰ, ਜਾਂ ਕੋਈ ਨਾ ਕੋਈ ਇੱਕ ਹਾਈ ਮਿਲਦਾ ਜਿਹਦੇ ਲਈ ਬੰਦੇ ਡਰੱਗਸ ਕਰਦੇ ਨੇ, ਤਾਂ ਉਹਦਾ ਕੋਈ ਨਾ ਕੋਈ ਤਾਂ ਓਵਰਟਲੀ ਅਗਲੇ ਬੰਦੇ ਨੂੰ ਵੀ ਸਿੰਪਟਮ ਦਿਖਦਾ ਜਾਂਦਾ। ਤਾਂ ਐਵੇਂ ਜਿਵੇਂ ਮੈਰੀਜੂਆਨਾ ਦਾ ਕੇਸ ਹੋ ਗਿਆ, ਤੁਹਾਡੀ ਹੋ ਸਕਦਾ ਅੱਖਾਂ ਲਾਲ ਹੋਣ ਜੀ, ਹੋ ਸਕਦਾ ਤੁਸੀਂ ਬੋਲੋ ਚੱਜ ਨਾਲ ਨਾ, ਤੁਸੀਂ ਹੌਲੀ ਬੋਲੋ। ਕਈ ਵਾਰ ਕੀ ਹੁੰਦਾ, ਪੁਲਿਸ ਗੱਲ ਕਰਦੀ ਹੈ, ਬਾਅਦ ਡਿਸਕਲੋਜ਼ਰ ਅਸੀਂ ਦੇਖੀਦਾ ਬੰਦਾ ਵਿਸਪਰ ਕਰਕੇ ਪੁਲਿਸ ਨਾਲ ਬੋਲ ਰਿਹਾ ਹੁੰਦਾ, ਉਹਨੂੰ ਪਰ ਮੌਕੇ 'ਤੇ ਪਤਾ ਨਹੀਂ ਲੱਗਦਾ ਕਿ ਬਹੁਤ ਸਲੋ ਬੋਲ ਰਿਹਾ। ਕਈ ਵਾਰ ਬੰਦਾ ਚੀਕਾ ਮਾਰ ਕੇ ਬੋਲ ਰਿਹਾ ਹੁੰਦਾ, ਬੰਦਾ ਕਈ ਵਾਰੀ ਬੇਚੈਨ ਹੋਇਆ ਹੁੰਦਾ, ਸਿੱਧਾ ਉਹ ਤੋਂ ਖੜਿਆ ਨਹੀਂ ਜਾਂਦਾ ਹੁੰਦਾ। ਤਾਂ ਐਵੇਂ ਦੇ ਕਾਫੀ ਸਿੰਪਟਮਸ ਹੁੰਦੇ ਨੇ। ਪਲੱਸ ਜਿਹੜੀ ਤੁਸੀਂ ਕਈ ਵਾਰ ਗੱਡੀ ਠੀਕ ਨਹੀਂ ਚਲਾ ਰਹੇ ਹੁੰਦੇ, ਪੱਗ ਵਾਲੇ ਮਾਮਲੇ 'ਚ ਤਾਂ ਹੱਸੀ ਵੀ ਜਾਂਦੇ ਹੁੰਦੇ। ਹਾਂਜੀ ਹਾਂ, ਬਿਲਕੁਲ, ਇੱਕ ਉਹ ਵੀ ਸਿੰਪਟਮ ਹੈ। ਤਾਂ ਇਹ ਪੁਲਿਸ ਟ੍ਰੇਨਡ ਹੁੰਦੀ ਹੈ ਇਹਨਾਂ ਚੀਜ਼ਾਂ ਨੂੰ ਆਇਡੈਂਟੀਫਾਈ ਕਰਨ ਲਈ, ਤਾਂ ਉਹ ਉਹਨਾਂ ਨੂੰ ਆਇਡੈਂਟੀਫਾਈ ਕਰਕੇ ਫਿਰ ਜਾ ਕੇ ਤੁਹਾਡਾ ਬਲੱਡ ਜਾਂ ਯੂਰਿਨ ਟੈਸਟ ਲੈ ਲੈਂਦੇ ਨੇ, ਉਹਦੇ ਵਿੱਚ ਉਹ ਚੀਜ਼ਾਂ ਆ ਜਾਂਦੀਆਂ ਕਿ ਜੋ ਵੀ ਤੁਸੀਂ ਕੋਈ ਡਰੱਗਸ ਕੀਤੇ ਹੋਣ। ਦੈਟਸ ਰਾਈਟ। ਤੇ ਥੋੜਾ ਜਿਹਾ ਸਾਨੂੰ ਦੱਸਿਓ ਕਿ DUI ਤੁਸੀਂ ਜ਼ਿਕਰ ਕੀਤਾ ਹੈ, ਸਾਨੂੰ ਇਹ ਦੱਸੋ ਕਿ DUI ਕੀ ਹੈ? DUI ਵੈਸੇ ਤਾਂ ਜੀ DUI ਕੈਨੇਡਾ ਦੇ ਵਿੱਚ ਕੋਈ offense ਨਹੀਂ ਹੈਗਾ, ਮਤਲਬ offense ਦਾ ਮਤਲਬ ਕਿ ਉਹਦਾ ਨਾਮ ਇਹ ਨਹੀਂ ਹੈਗਾ, ਇਹ ਅਮਰੀਕਾ 'ਚ ਜ਼ਿਆਦਾ ਯੂਜ਼ ਕੀਤਾ ਜਾਂਦਾ, ਪਰ ਉਹਨੂੰ ਇੱਕ ਆਮ ਆਪਾਂ ਕਹਿ ਦਿੰਦੇ ਹਾਂ ਆਮ ਭਾਸ਼ਾ ਦੇ ਵਿੱਚ। ਪਰ DUI ਦਾ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ 2 offense ਹੁੰਦੇ ਨੇ ਜੀ, ਇੱਕ ਓਵਰ 80 ਦਾ, ਇੱਕ ਇੰਪੇਅਰਡ ਡਰਾਈਵਿੰਗ ਦਾ। ਤਾਂ ਇਹ ਜ਼ਰੂਰੀ ਨਹੀਂ ਹੈਗਾ ਕਿ ਤੁਸੀਂ ਸ਼ਰਾਬ ਜਾਂ ਕੋਈ ਡਰੱਗਸ ਵੱਧ ਕੀਤੇ ਹੋਣ ਤਾਂ ਹੀ ਤੁਸੀਂ ਕ੍ਰਿਮੀਨਲੀ ਚਾਰਜ ਹੋਵੋਗੇ। ਕਈ ਵਾਰ ਸਪੋਜ਼ ਕਰੋ ਜੀ ਤੁਸੀਂ ਇੱਕ ਸਮੋਲ ਵਿਸਕੀ ਦਾ ਡਰਿੰਕ ਲਿਆ, ਜੋ ਕਿ ਆਮ ਇੱਕ ਨੋਰਮਲ ਪਰਸਨ ਲਈ ਲੀਗਲ ਲਿਮਿਟ ਦੇ ਅੰਡਰ ਹੀ ਹੈ, 80 ਮਿਲੀਗ੍ਰਾਮ ਤੋਂ ਤੁਸੀਂ ਉੱਪਰ ਨਹੀਂ ਜਾਂਦੇ ਹੈਗੇ ਆਮ ਜ਼ਿੰਦਗੀ 'ਚ। ਕਈ ਵਾਰੀ ਕੋਈ ਬੰਦੇ ਦੇ ਮੈਟਾਬੋਲਿਜ਼ਮ ਐਵੇਂ ਦਾ ਹੁੰਦਾ ਕਿ ਉਹਨੂੰ ਇੱਕ ਡਰਿੰਕ ਹੀ ਬਹੁਤ ਜ਼ਿਆਦਾ ਚੜ੍ਹ ਜਾਂਦਾ, ਜਾਂ ਤੁਸੀਂ ਕੋਈ ਕੁਦਰਤੀ ਦਵਾਈ ਖਾਧੀ ਹੋਵੇ ਉਹਦੇ ਕਰਕੇ ਉਹ ਮਿਕਸ ਹੋ ਕੇ ਤੁਹਾਨੂੰ ਜ਼ਿਆਦਾ ਚੜ੍ਹ ਜੇ, ਜਾਂ ਫॉर ਐਨੀ ਅਦਰ ਰੀਜ਼ਨ ਤੁਹਾਨੂੰ ਸ਼ਰਾਬ ਤੁਸੀਂ ਘੱਟ ਪੀਤੀ ਹੈ ਪਰ ਚੜ੍ਹ ਜ਼ਿਆਦਾ ਜਾਏ, ਜਿਹਦੇ ਨਾਲ ਤੁਸੀਂ ਗੱਡੀ ਨਹੀਂ ਸਹੀ ਚਲਾ ਪਾ ਰਹੇ, ਮੋਟਰਸਾਈਕਲ ਨਹੀਂ ਸਹੀ ਚਲਾ ਪਾ ਰਹੇ, ਕੁਝ ਹੋਰ ਨਹੀਂ ਰੋਡ 'ਤੇ ਕਰ ਪਾ ਰਹੇ ਚੰਗੀ ਤਰ੍ਹਾਂ, ਉਹ ਵੀ ਇੱਕ ਕ੍ਰਿਮੀਨਲ offense ਆ, ਉਹਨੂੰ ਆਪਾਂ ਇੰਪੇਅਰਡ ਡਰਾਈਵਿੰਗ ਦਾ offense ਕਹਿ ਰਹੇ ਹਾਂ। ਤਾਂ ਜ਼ਰੂਰੀ ਨਹੀਂ ਹੈਗਾ ਤੁਸੀਂ ਲਿਮਿਟ ਤੋਂ ਉੱਪਰ ਹੀ ਜਾਣਾ। ਜੇ ਤੁਹਾਡੇ ਤੋਂ ਗੱਡੀ ਨਹੀਂ ਸਹੀ ਚੱਲ ਰਹੀ ਤਾਂ ਇਹਦਾ ਮਤਲਬ ਤੁਸੀਂ ਰੋਡ 'ਤੇ ਗੱਡੀ ਚਲਾਉਣ ਦੀ ਹਾਲਤ 'ਚ ਨਹੀਂ ਹੈਗੇ, ਤੁਸੀਂ ਇੱਕ offense ਕਮਿਟ ਕੀਤਾ। ਤੇ ਜਿਵੇਂ ਤੁਸੀਂ ਦੱਸਿਆ ਜੀ ਕਿ 80 ਵਾਲਾ ਇੱਕ ਫਾਰਮੂਲਾ ਹੈ ਕਿ ਤੁਹਾਡੇ ਬਲੱਡ 'ਚ ਕਿੰਨੀ ਸ਼ਰਾਬ ਹੋ ਸਕਦੀ ਹੈ, ਕੀ ਇਹਨੂੰ ਅਸੀਂ ਜ਼ੀਰੋ ਟੋਲਰੈਂਸ ਨਹੀਂ ਕਹਿੰਦੇ? 0.8 ਤੱਕ ਅਸੀਂ ਲੈ ਸਕਦੇ ਹਾਂ, ਜਾਂ 80 mg ਤੱਕ ਲੈ ਸਕਦੇ ਹਾਂ? ਹਾਂਜੀ, ਜਿਹੜੇ ਜੀ ਆਪਣੇ ਸਪੈਸ਼ਲੀ ਓਨਟਾਰੀਓ ਦੇ ਵਿੱਚ ਆਪਾਂ ਜਿਹਨੂੰ G ਲਾਇਸੈਂਸ ਡਰਾਈਵਰ ਕਹਿ ਦਿੰਦੇ ਹਾਂ, ਫੁੱਲ ਲਾਇਸੈਂਸ ਵਾਲੇ ਹੁੰਦੇ ਨੇ ਜੀ, ਉਹ ਐਂਡ ਅਬਵ ਉਹਨਾਂ ਨੂੰ 80 ਤੱਕ ਅਲਾਊਡ ਹੁੰਦਾ। ਜਿਹੜੇ ਨੋਵਿਸ ਡਰਾਈਵਰ ਜਿਹਨੂੰ ਆਪਾਂ ਕਹਿੰਦੇ ਹਾਂ, ਜਿਵੇਂ G1 ਵਾਲੇ ਹੁੰਦੇ ਨੇ ਲਾਇਸੈਂਸ ਜਾਂ G2, ਉਹਨਾਂ ਦੇ ਵਿੱਚ 80 ਨਹੀਂ ਹੁੰਦਾ ਜੀ, ਉੱਥੇ ਜ਼ੀਰੋ ਟੋਲਰੈਂਸ ਪੋਲਿਸੀ ਹੁੰਦੀ ਹੈ। ਰਾਈਟ ਜੀ। ਸੋ ਇਹਦੇ ਵਿੱਚ ਵੀ ਜਦੋਂ ਫੜੇ ਗਏ ਤਾਂ ਫਿਰ ਸਜ਼ਾ ਕੀ ਹੁੰਦੀ ਹੈ ਜੀ? ਸਜ਼ਾ ਐਵੇਂ ਹੈ ਜੀ, ਇਹਦੇ ਵਿੱਚ ਜਿਹੜੇ ਸੌਰੀ ਮੈਂ ਤੁਹਾਨੂੰ ਕੱਟ ਰਿਹਾ, ਜੇ ਕੋਈ ਹਾਦਸਾ ਨਹੀਂ ਵੀ ਹੋਇਆ, ਕੋਈ ਕ੍ਰਾਈਮ ਨਹੀਂ ਵੀ ਹੋਇਆ, ਪਰ ਦਾਰੂ ਪੀ ਕੇ ਗੱਡੀ ਚਲਾ ਲਈ, 80 ਤੋਂ ਜ਼ਿਆਦਾ ਦਾਰੂ ਆ, ਫੜੇ ਗਏ, ਫਿਰ ਕੀ ਸਾਨੂੰ ਸਜ਼ਾ ਹੋ ਸਕਦੀ? ਹਾਂਜੀ ਬਿਲਕੁਲ। ਇਨਫੈਕਟ ਤੁਹਾਨੂੰ ਮੈਂ ਇੱਕ ਇੰਟਰਸਟਿੰਗ ਗੱਲ ਦੱਸਦਾ, ਤੁਸੀਂ ਗੱਡੀ ਨਹੀਂ ਵੀ ਚਲਾ ਰਹੇ, ਤੁਸੀਂ ਸਿਰਫ ਆਪਣੀ ਸ਼ਰਾਬ ਪੀਤੀ ਹੋਈ ਹੈ, ਤੁਸੀਂ ਆਪਣੀ ਗੱਡੀ ਦੀ ਡਰਾਈਵਿੰਗ ਸੀਟ 'ਤੇ ਵੀ ਬੈਠੇ ਹੋ, ਤੁਸੀਂ ਫਿਰ ਵੀ ਇੰਪੇਅਰਡ ਡਰਾਈਵਿੰਗ ਜਾਂ ਓਵਰ 80 'ਚ ਤੁਸੀਂ ਚਾਰਜ ਹੋ ਸਕਦੇ ਹੋ, ਡਿਪੈਂਡਿੰਗ ਔਨ ਸਰਕਮਸਟੈਂਸਿਸ। ਤਾਂ ਜ਼ਰੂਰੀ ਨਹੀਂ ਹੈਗਾ ਕਿ ਤੁਹਾਡੀ ਗੱਡੀ ਚੱਲਦੀ ਹੋਵੇ,
ਤੁਹਾਡੀ ਗੱਡੀ ਚਾਹੇ ਔਨ ਵੀ ਨਾ ਹੋਵੇ, ਤੁਸੀਂ ਡਰਾਈਵਰ ਸੀਟ ਤੇ ਬੈਠੇ ਹੋ, ਤਾਂ ਕੁਝ ਉਸ ਸਰਕਮਸਟੈਂਸਸ ਦੇ ਵਿੱਚ ਵੀ, ਕਿਉਂਕਿ ਉੱਥੇ ਪੁਲਿਸ ਨੂੰ ਇਹ ਮੰਨਿਆ ਜਾਂਦਾ ਕਿ ਤੁਹਾਡੇ ਕੋਲੇ ਗੱਡੀ ਦਾ, ਜਿਹਨੂੰ ਆਪਾਂ ਕਹਿੰਦੇ ਹਾਂ ਕੇਅਰ ਐਂਡ ਕੰਟਰੋਲ ਹੈ, ਤੁਹਾਡੇ ਕੋਲੇ ਤੁਸੀਂ ਸ਼ਰਾਬ ਪੀਤੀ ਹੋਈ ਹੈ, ਤੁਹਾਡੇ ਕੋਲ ਗੱਡੀ ਦੀ ਚਾਬੀ ਹੈ, ਤੁਸੀਂ ਗੱਡੀ 'ਚ ਬੈਠੇ ਹੋ, ਭਾਵੇਂ ਤੁਸੀਂ ਕਿਤੇ ਨਹੀਂ ਵੀ ਜਾ ਰਹੇ ਆ, ਤੁਸੀਂ ਜਾਣਾ ਹਾਲੇ ਤੁਹਾਨੂੰ ਪਤਾ ਨਹੀਂ ਤੁਸੀਂ ਜਾਣਾ ਕਿ ਨਹੀਂ ਜਾਣਾ, ਪਰ ਤੁਹਾਡੇ ਕੋਲੇ ਪਾਵਰ ਹੈ ਗੱਡੀ ਨੂੰ ਔਨ ਕਰਕੇ ਗੱਡੀ ਨੂੰ ਰੋਡ 'ਤੇ ਲੈ ਕੇ ਜਾਣ ਦੀ, ਤਾਂ ਉਹਦੇ ਕੇਸ ਦੇ ਵਿੱਚ ਪੁਲਿਸ ਇਹ ਵੇਟ ਨਹੀਂ ਕਰਦੀ ਵੀ ਤੁਸੀਂ ਓਫੈਂਸ ਕਮਿਟ ਕਰੋ ਉਦੋਂ ਬਾਅਦ ਹੀ ਤੁਹਾਨੂੰ ਫੜਾਂਗੇ। ਤਾਂ ਕਈ ਵਾਰੀ ਮੇਰੇ ਕੋਲ ਬਹੁਤ ਸਾਰੇ ਕਲਾਇੰਟਸ ਨੇ ਜੀ ਮੇਰੇ, ਜਿਹੜੇ ਆਪਣੀ ਡਰਾਈਵੇ 'ਤੇ ਬੈਠੇ ਸੀ ਗੱਡੀ ਸਟਾਰਟ ਕਰਕੇ, ਪਰ ਸ਼ਰਾਬ ਪੀਤੀ ਹੋਈ ਸੀ ਗੱਡੀ ਦੇ ਵਿੱਚ, ਉਹਨਾਂ ਨੂੰ ਉੱਥੋਂ ਪੁਲਿਸ ਨੇ ਅਰੈਸਟ ਕਰਕੇ ਚਾਰਜ ਕਰ ਲਿਆ, ਉਹਨਾਂ 'ਤੇ ਓਵਰ 80 ਦਾ ਚਾਰਜ ਲੱਗ ਗਿਆ ਜੀ। ਤੇ ਕਈਆਂ ਦੀਆਂ ਘਰ ਵਾਲੀਆਂ ਉਹਨਾਂ ਨੂੰ ਦਾਰੂ ਪੀਣ ਨਹੀਂ ਦਿੰਦੀਆਂ, ਉਹ ਗੱਡੀ 'ਚ ਬੈਠ ਕੇ ਪੀ ਲੈਂਦੇ ਆ, ਜੋ ਵੀ ਕਹਿ ਲਓ ਜੀ, ਪਰ ਹਾਂ ਉਹ ਵੀ ਆਪਾਂ ਉਹ 'ਚ ਫਸ ਸਕਦੇ ਹਾਂ ਜੇ ਆਪਣੀ ਗੱਡੀ ਐਵੇਂ ਖੜੀ ਵੀ ਆਪਾਂ ਨਹੀਂ ਵੀ ਕਿਤੇ ਜਾ ਰਹੇ ਹੈਗੇ। ਤੇ ਇਹਦੇ ਵਿੱਚ ਜਿਹੜਾ ਓਫੈਂਸ ਹੈ ਜੀ ਓਵਰ 80 ਤੇ ਇੰਪੇਅਰ ਡਰਾਈਵਿੰਗ, ਦੋਨੋਂ ਓਫੈਂਸਿਸ ਜਿਹੜੇ ਨੇ, ਇਹਨਾਂ ਦੋਨਾਂ ਦੀ ਮੈਕਸੀਮਮ ਜਿਹੜੀ ਸਜ਼ਾ ਹੈ ਕ੍ਰਿਮੀਨਲ ਕੋਡ ਦੇ ਵਿੱਚ ਉਹ ਹੈਗੀ 10 ਸਾਲ ਇਨ ਜੇਲ੍ਹ। ਤਾਂ ਇਹ ਕਾਫੀ ਸੀਰੀਅਸ ਓਫੈਂਸਿਸ ਨੇ ਜੀ। ਇਹਨਾਂ ਦੇ ਜਿਹੜੇ ਕੌਨਸੀਕੁਐਂਸਿਸ ਓਬਵੀਅਸਲੀ ਇੱਕ ਤਾਂ ਜੇਲ੍ਹ ਟਰਮ ਵੀ ਹੋ ਸਕਦੀ ਹੈ ਕਿਸੇ ਸਰਕਮਸਟੈਂਸਿਸ, ਉਹ ਥੋੜ੍ਹੇ ਜ਼ਿਆਦਾ ਸੀਰੀਅਸ ਦੇ ਵਿੱਚ ਜ਼ਿਆਦਾ ਹੁੰਦੀ ਹੈ। ਫਾਈਨ ਹੁੰਦਾ ਜੀ ਤੁਹਾਨੂੰ, ਤੁਹਾਡਾ ਡਰਾਈਵਰ ਲਾਇਸੈਂਸ ਸਸਪੈਂਡ ਹੋ ਜਾਂਦਾ, ਤੁਹਾਡੇ ਕ੍ਰਿਮੀਨਲ ਕਨਵਿਕਸ਼ਨ ਰਿਕਾਰਡ 'ਤੇ ਚੜ੍ਹ ਜਾਂਦੀ ਹੈ ਜੀ। ਅਤੇ ਇਹਨਾਂ ਕ੍ਰਿਮੀਨਲ ਕੌਨਸੀਕੁਐਂਸਿਸ ਤੋਂ ਇਲਾਵਾ ਤੁਹਾਡੇ ਜਿਹੜੇ ਬੰਦੇ ਸਿਟੀਜ਼ਨ ਨਹੀਂ ਹੈਗੇ, ਤਾਂ ਸਟੂਡੈਂਟ, ਵਿਜ਼ਿਟਰ, ਵਰਕ ਪਰਮਿਟ, PR, ਉਹਨਾਂ ਸਾਰਿਆਂ ਨੂੰ ਇਮੀਗ੍ਰੇਸ਼ਨ ਕੌਨਸੀਕੁਐਂਸਿਸ ਵੀ ਹੁੰਦੇ ਨੇ। ਕਿਉਂਕਿ ਇਮੀਗ੍ਰੇਸ਼ਨ ਲਾਅ ਕੀ ਕਹਿੰਦਾ ਜੀ, ਸਪੈਸ਼ਲੀ ਕਿ ਜੇ ਤੁਹਾਡੀ ਕੋਈ ਵੀ ਤੁਸੀਂ ਓਫੈਂਸ 'ਚ ਦੋਸ਼ੀ ਪਾਏ ਜਾਓ ਜਿਹਦੀ ਸਜ਼ਾ 10 ਸਾਲ ਜਾਂ 10 ਸਾਲ ਤੋਂ ਜ਼ਿਆਦਾ ਹੈ, ਤਾਂ ਤੁਸੀਂ ਇਨਐਡਮਿਸਿਬਲ ਹੋ ਜਾਂਦੇ ਹੋ ਕੈਨੇਡਾ ਦੇ ਵਿੱਚ। ਤਾਂ ਉਹਦੇ ਵਿੱਚ ਮਤਲਬ ਕਿ ਉਹਦਾ ਮਤਲਬ ਇਹ ਹੁੰਦਾ ਕਿ ਲੇਮੈਨ ਟਰਮਸ ਵੀ ਤੁਹਾਨੂੰ ਕੱਲ੍ਹ ਨੂੰ ਕੋਈ ਡਿਪੋਰਟ ਵੀ ਕੀਤਾ ਜਾ ਸਕਦਾ, ਤੁਹਾਡੀ ਜਿਹੜਾ ਕੋਈ ਸਟੇਟਸ ਹੈ ਉਹ ਖ਼ਤਮ ਵੀ ਹੋ ਸਕਦਾ। ਤਾਂ ਇੱਕ ਉਹ ਵੀ ਕੌਨਸੀਕੁਐਂਸਿਸ ਬੜੇ ਇੰਪੋਰਟੈਂਟ ਹੁੰਦੇ ਨੇ ਆਪਣੇ ਜਿੰਨੇ ਵੀ ਇਮੀਗ੍ਰੈਂਟਸ ਨੇ ਇੱਥੇ। ਇੱਕ ਤੁਸੀਂ ਗੱਲ ਕੀਤੀ ਕਿ ਤੁਹਾਨੂੰ ਉਹ ਫੂਕ ਮਾਰਨ ਨੂੰ ਕਹਿ ਸਕਦੇ ਨੇ ਦੇਖਣ ਲਈ ਕਿ ਕਿੰਨੀ ਸ਼ਰਾਬ ਹੈਗੀ, ਜੇ ਕੋਈ ਫੂਕ ਮਾਰਨ ਤੋਂ ਨਾ ਕਰ ਦੇਵੇ ਜੀ, ਜੇ ਕੋਈ ਫੂਕ ਮਾਰਨ ਤੋਂ ਨਾ ਕਰਦੇ ਜੀ, ਉਹਦਾ ਇੱਕ ਅਲੱਗ ਕ੍ਰਿਮੀਨਲ ਕੋਡ ਦੇ ਵਿੱਚ ਓਫੈਂਸ ਹੈ ਅਤੇ ਉਹਦੀ ਸਿਮਿਲਰ ਹੀ ਸਜ਼ਾ ਹੈ। ਡਰਿੰਕਿੰਗ ਐਂਡ ਡਰਾਈਵਿੰਗ ਜਿੰਨੀ ਹੀ ਸਜ਼ਾ। ਤਾਂ ਇਹ ਵੀ ਇੱਕ ਮਿਸਕਨਸੈਪਸ਼ਨ ਹੈ ਕਿ ਜੇ ਅਸੀਂ ਫੂਕ ਨਹੀਂ ਮਾਰਾਂਗੇ ਤਾਂ ਅਸੀਂ ਬਚ ਜਾਵਾਂਗੇ, ਤਾਂ ਤੁਹਾਡੇ 'ਤੇ ਉਸ ਚੀਜ਼ ਦਾ ਚਾਰਜ ਲੱਗ ਜਾਏਗਾ ਕਿ ਤੁਸੀਂ ਪੁਲਿਸ ਦੀ ਡਿਮਾਂਡ ਨੂੰ ਮਨਾ ਕੀਤਾ, ਅਤੇ ਤੁਹਾਨੂੰ ਉਨੀ ਹੀ ਕੱਲ੍ਹ ਨੂੰ ਫਿਰ ਸਜ਼ਾ ਤੁਹਾਨੂੰ, ਕਿਉਂਕਿ ਮੰਨਿਆ ਜਾਏਗਾ ਕਿ ਤੁਸੀਂ ਫੂਕ ਤਾਂ ਨਹੀਂ ਮਾਰੀ ਕਿਉਂਕਿ ਤੁਸੀਂ ਸ਼ਰਾਬ ਪੀਤੀ ਹੋਈ ਸੀਗੀ ਅਤੇ ਤੁਸੀਂ ਉਹਦੇ ਵਿੱਚ ਆ ਜਾਣਾ ਸੀ, ਤਾਂ ਤੁਸੀਂ ਡਰਦੇ ਨੇ ਫੂਕ ਨਹੀਂ ਮਾਰੀ। ਕੱਲ੍ਹ ਨੂੰ ਫਿਰ ਤੁਹਾਨੂੰ ਜਾਂ ਤਾਂ ਰੀਜ਼ਨੇਬਲੀ ਐਕਸਪਲੇਨ ਕਰਨਾ ਪਏਗਾ ਆਪਣੇ ਆਪ ਨੂੰ, ਜੋ ਕਿ ਬੜਾ ਔਖਾ ਹੁੰਦਾ, ਅਤੇ ਉਹਦੀ ਸਜ਼ਾ ਵੀ ਡਰਿੰਕਿੰਗ ਐਂਡ ਡਰਾਈਵਿੰਗ ਓਫੈਂਸਿਸ ਦੇ ਬਰਾਬਰ ਹੀ ਸਜ਼ਾ ਜੀ ਉਹਦੀ। ਇਹਦੇ ਵਿੱਚ ਦੋ ਬੜੀਆਂ, ਇੱਕ ਮਿਸਕਨਸੈਪਸ਼ਨ ਵੀ ਹੈ ਜੀ ਕਿ ਤੁਸੀਂ ਲਸਣ ਖਾ ਲਓ, ਤੁਸੀਂ ਸੰਤਰਾ ਖਾ ਲਓ, ਹਾਂਜੀ, ਇਸ ਤਰ੍ਹਾਂ ਦੀਆਂ 2-4 ਚੀਜ਼ਾਂ ਕਹਿ ਦਿੰਦੇ ਜੀ, ਇਹ ਖਾ ਲਓ ਤਾਂ ਫਿਰ ਸਾਡੀ ਸ਼ਾਇਦ ਫੂਕ ਦੇ ਵਿੱਚ ਦਾਰੂ ਦਾ ਅਸਰ ਨਹੀਂ ਆਉਂਦਾ। ਕੀ ਇਹ ਗੱਲ ਠੀਕ ਹੈ? ਮੈਨੂੰ ਨਹੀਂ ਲੱਗਦਾ ਜੀ ਉਹ ਜ਼ਿਆਦਾ ਠੀਕ ਹੈ, ਕਿਉਂਕਿ ਇਕੱਲੇ ਚਲੋ ਹੋ ਸਕਦਾ ਕਿਸੇ ਬੰਦੇ ਜੇ ਇਹਨਾਂ ਚੀਜ਼ਾਂ ਨੂੰ ਕਰਕੇ ਮਾੜਾ ਮੋਟਾ ਘਟ ਵੀ ਜਾਂਦਾ ਹੋਵੇ, ਪਰ ਇਕੱਲਾ ਫੂਕ ਵੀ ਨਹੀਂ ਹੁੰਦਾ ਜੀ। ਤੁਹਾਨੂੰ ਮੈਂ ਜਿਵੇਂ ਦੱਸਿਆ, ਪੁਲਿਸ ਨੇ ਪਹਿਲਾਂ ਤਾਂ ਦੇਖਣਾ ਵੀ ਤੁਹਾਨੂੰ ਰੋਕਾ ਕਿਉਂ ਹੈ। ਹੋ ਸਕਦਾ ਤੁਸੀਂ ਲਸਣ ਨਾਲ ਜਾਂ ਸੰਤਰੇ ਜਾਂ ਕਿਸੇ ਹੋਰ ਚੀਜ਼ ਨਾਲ ਤੁਹਾਡੀ ਗੱਡੀ ਜਾਂ ਕੋਈ ਮੋਟਰਸਾਈਕਲ ਚਲਾਉਣ ਦੀ ਐਬਿਲਿਟੀ ਤਾਂ ਨਹੀਂ ਵੱਧ ਜਾਏਗੀ, ਤੁਸੀਂ ਇਹ ਤਾਂ ਨਹੀਂ ਕਿ ਸਹੀ ਚਲਾਉਣ ਲੱਗ ਜਾਓਗੇ। ਤਾਂ ਤੁਸੀਂ ਪਹਿਲਾਂ ਹੋ ਸਕਦਾ ਕੋਈ ਠੀਕ ਨਾ ਚਲਾ ਰਹੇ ਹੋ, ਤਾਂ ਹੀ ਪੁਲਿਸ ਨੇ ਤੁਹਾਨੂੰ ਰੋਕਿਆ ਹੋਵੇ। ਫਿਰ ਪੁਲਿਸ ਦੇਖੇਗੀ ਤੁਸੀਂ ਖੜੇ ਕਿਵੇਂ ਹੋ। ਇੱਕ ਜਿਹਨੇ ਬਹੁਤ ਜ਼ਿਆਦਾ ਸ਼ਰਾਬ ਪੀਤੀ ਹੁੰਦੀ ਹੈ ਬੰਦਾ, ਉਹਦੇ ਅਗਲੇ ਬੰਦੇ ਨੂੰ ਗੱਲ ਕਰਕੇ ਪਤਾ ਲੱਗ ਜਾਂਦਾ ਜੀ। ਅਤੇ ਪੁਲਿਸ ਤਾਂ ਟ੍ਰੇਨਡ ਹੁੰਦੀ ਇਹਨਾਂ ਚੀਜ਼ਾਂ ਦੇ ਵਿੱਚ, ਉਹਨਾਂ ਦੀ ਅੱਖਾਂ ਨੂੰ ਦੇਖਣਾ ਹੈ, ਤੁਹਾਡੇ ਜਿਹੜੇ ਅੱਖਾਂ ਜਿਹੜੀ ਪਿਊਪਲਸ ਹੁੰਦੇ ਨੇ ਤੁਹਾਡੇ ਕਾਲੇ ਰੰਗ, ਉਹ ਛੋਟੇ ਹੋ ਜਾਂਦੇ ਨੇ ਕਈ ਵਾਰੀ, ਤੁਸੀਂ ਪੁਲਿਸ ਕੰਨੀ ਸਿੱਧਾ ਨਹੀਂ ਦੇਖ ਪਾ ਰਹੇ ਹੁੰਦੇ, ਤੁਸੀਂ ਚੱਜ ਨਾਲ ਬੋਲ ਨਹੀਂ ਸਕਦੇ, ਤੁਸੀਂ ਇੱਧਰ ਉੱਧਰ ਡਿੱਗ ਰਹੇ ਹੁੰਦੇ ਹੋ। ਫਿਰ ਪੁਲਿਸ ਇੱਕ ਟੈਸਟ ਵੀ ਕਈ ਵਾਰੀ ਕਰਾ ਕੇ ਦੇਖਦੀ ਹੈ, ਇੱਕ ਉਹ ਟੈਸਟ ਦਾ ਰੋਡ ਸਾਈਡ ਟੈਸਟ ਹੁੰਦਾ ਉਹ, ਜਿਹਦੇ ਵਿੱਚ ਪੁਲਿਸ ਤੁਹਾਨੂੰ ਕਹਿੰਦੀ ਹੈ 10 ਕਦਮ ਚਲੋ, ਵਾਪਸ ਆਓ, ਇੱਕ ਲੱਤ 'ਤੇ ਖੜੇ ਹੋ, ਆਪਣੇ ਨੱਕ ਨੂੰ ਟੱਚ ਕਰੋ। ਇੱਕ ਐਵੇਂ ਟੈਸਟ ਹੁੰਦਾ ਜਿਹੜਾ ਕਿ ਪੁਲਿਸ ਡਿਟਰਮਿਨ ਕਰਦੀ ਹੈ ਜਿਹਦੇ ਤੋਂ ਕਿ ਬੰਦਾ ਕਿੰਨਾ ਕੁ ਇੰਪੇਅਰਡ ਹੈ। ਦੈਟਸ ਰਾਈਟ। ਤਾਂ ਉਹ ਆ ਜਾਂਦਾ ਉੱਥੇ। ਵੈਰੀ ਇੰਟਰਸਟਿੰਗ। ਹਾਂਜੀ। ਅਤੇ ਵਕੀਲ ਸਾਹਿਬ, ਜਿਵੇਂ ਤੁਸੀਂ ਦੱਸਿਆ ਜੀ ਕਿ ਜੇ ਸਾਡੇ ਕੋਲ ਸਟੇਟਸ ਸਾਡਾ ਜੇ ਨੌਨ ਸਿਟੀਜ਼ਨ ਹੈ, ਹਾਂਜੀ, ਤਾਂ ਫਿਰ ਸਾਡੇ ਲਈ ਉਹ ਖਤਰਾ ਹੈ ਜੀ। ਅਤੇ ਕੀ ਆਪਣੇ ਜਿਹੜੇ ਫਿੰਗਰਪ੍ਰਿੰਟਸ ਨੇ, ਕ੍ਰਿਮੀਨਲ ਰੈਕਡ ਹੈਗਾ ਸਾਡਾ ਬਣਿਆ, ਉਹ ਖਤਮ ਵੀ ਹੋ ਜਾਂਦਾ ਕਿਸੇ ਸਟੇਜ 'ਤੇ? ਹਾਂਜੀ, ਦੋ ਚੀਜ਼ਾਂ ਹੁੰਦੀਆਂ ਨੇ ਜੀ। ਕੋਈ ਵੀ ਕ੍ਰਿਮੀਨਲ ਓਫੈਂਸ ਹੈ ਕੈਨੇਡਾ ਦੇ ਵਿੱਚ, ਉਹਦੇ 'ਚ ਮੇਜਰਲੀ ਦੋ ਚੀਜ਼ਾਂ ਮਿਲਦੀਆਂ ਨੇ। ਜਾਂ ਤਾਂ ਤੁਹਾਨੂੰ ਕਨਵਿਕਸ਼ਨ ਮਿਲਦੀ ਹੈ ਜੇ ਤੁਸੀਂ ਦੋਸ਼ੀ ਪਾਏ ਜਾਂਦੇ ਹੋ, ਜਾਂ ਤੁਹਾਨੂੰ ਡਿਸਚਾਰਜ ਮਿਲਦਾ ਜੀ। ਜਿਹੜਾ ਡਿਸਚਾਰਜ ਹੁੰਦਾ ਉਹ ਆਪਣੇ ਕ੍ਰਿਮੀਨਲ ਰਿਕਾਰਡ 'ਤੇ 3 ਸਾਲ ਲਈ ਜਾਂ 1 ਸਾਲ ਲਈ ਰਹਿੰਦਾ। ਅੱਗੇ ਡਿਸਚਾਰਜ ਵੀ 2 ਤਰ੍ਹਾਂ ਦਾ ਹੁੰਦਾ, ਅਤੇ ਉਹ ਆਪੇ ਖਤਮ ਹੋ ਜਾਂਦਾ ਹੁੰਦਾ। ਜਿਹੜੀ ਕਨਵਿਕਸ਼ਨ ਹੁੰਦੀ ਹੈ ਜੀ, ਕਨਵਿਕਸ਼ਨ ਆਪਣੇ ਰਿਕਾਰਡ ਦੇ 5 ਸਾਲ ਲਈ ਰਹਿੰਦੀ ਹੈ, ਅਤੇ 5 ਸਾਲ ਦੇ ਬਾਅਦ ਉਹਨੂੰ ਇੱਕ ਐਪਲੀਕੇਸ਼ਨ ਦੇ ਕੇ ਖਤਮ ਕਰਾਉਣਾ ਪੈਂਦਾ। ਡਿਸਚਾਰਜ ਆਪੇ ਖਤਮ ਹੋ ਜਾਂਦਾ, ਕਨਵਿਕਸ਼ਨ ਨਹੀਂ ਆਪੇ ਖਤਮ ਹੁੰਦੀ। ਅਤੇ ਜੇ ਤੁਹਾਨੂੰ ਕਨਵਿਕਸ਼ਨ ਮਿਲੀ ਹੋਵੇ, ਸਿਰਫ ਕਨਵਿਕਸ਼ਨ ਹੀ ਤੁਹਾਨੂੰ
ਇਮੀਗ੍ਰੇਸ਼ਨ ਕੌਨਸੀਕੁਐਂਸਿਸ ਦਿੰਦੀ ਹੈ, ਡਿਸਚਾਰਜ ਤੁਹਾਨੂੰ ਇਮੀਗ੍ਰੇਸ਼ਨ ਕੌਨਸੀਕੁਐਂਸਿਸ ਨਹੀਂ ਦਿੰਦਾ। ਨਹੀਂ ਤਾਂ ਥੋੜ੍ਹੀਆਂ ਜਿਹੀਆਂ ਟੈਕਨੀਕਲ ਟਰਮਸ ਨੇ, ਇਹ ਕੇਸ ਟੂ ਕੇਸ ਡਿਪੈਂਡ ਕਰਦਾ ਕਿ ਤੁਹਾਨੂੰ ਜੇ ਕਿਸੇ 'ਤੇ ਚਾਰਜਸ ਲੱਗੇ ਨੇ ਤਾਂ ਉਹ ਆਪਣੇ ਵਕੀਲ ਸਾਹਿਬ ਨੂੰ ਪੁੱਛ ਸਕਦੇ ਨੇ ਜਦੋਂ ਉਹਨਾਂ ਦਾ ਕੇਸ ਖਤਮ ਹੋਣ ਲੱਗੇ ਜਾਂ ਕੇਸ ਖਤਮ ਕਰਨ ਤੋਂ ਪਹਿਲਾਂ, ਕਿ ਜਿਹੜਾ ਜਿਵੇਂ ਵੀ ਤੁਸੀਂ ਕੇਸ ਖਤਮ ਕਰ ਰਹੇ ਹੋ ਜੋ ਮੈਨੂੰ ਰਿਜ਼ਲਟ ਮਿਲੇਗਾ ਕਿ ਮੇਰਾ ਉਹਦੇ 'ਚ ਇਮੀਗ੍ਰੇਸ਼ਨ ਕੌਨਸੀਕੁਐਂਸਿਸ ਹੋਣਗੇ ਕਿ ਨਹੀਂ। ਜੇ ਤੁਹਾਡੇ ਵਕੀਲ ਸਾਹਿਬ ਨੂੰ ਨਹੀਂ ਪਤਾ ਤਾਂ ਇੱਕ ਇਮੀਗ੍ਰੇਸ਼ਨ ਲਾਇਰ ਦੀ ਵੀ ਸਲਾਹ ਲੈਣੀ ਚਾਹੀਦੀ ਹੈ ਉਸ ਮੌਕੇ 'ਤੇ। ਫਿਰ ਤੇ ਇੱਕ ਮੇਰਾ ਆਖਰੀ ਸਵਾਲ ਹੈ ਜੀ ਕਿ ਗੱਡੀ ਵਿੱਚ ਡਰਾਈਵਰ ਠੀਕ ਹੈ, ਸੂਫੀ ਹੈ, ਉਹਨੇ ਨਹੀਂ ਪੀਤੀ ਹੋਈ, ਪਰ ਨਾਲ ਬੈਠਾ ਕੋਈ ਪੀ ਰਿਹਾ, ਫਿਰ ਵੀ ਕੋਈ ਨਤੀਜਾ ਭੁਗਤਣਾ ਪੈ ਸਕਦਾ? ਜੇ ਕੋਈ ਨਾਲ ਬੈਠੇ ਕਿਸੇ ਨੇ ਪੀਤੀ ਹੋਈ ਹੈ ਜੀ ਤਾਂ ਡਰਾਈਵਰ ਨੂੰ ਨਹੀਂ ਨਤੀਜਾ ਭੁਗਤਣਾ ਪੈਂਦਾ, ਪਰ ਜੇ ਕੋਈ ਨਾਲ ਬੈਠਾ ਪੀ ਰਿਹਾ ਹੈ, ਗੱਡੀ 'ਚ ਸ਼ਰਾਬ ਦੀ ਬੋਟਲ ਖੁੱਲ੍ਹੀ ਹੈ ਜਾਂ ਗਲਾਸ ਪਏ ਨੇ, ਸ਼ਰਾਬ ਅਵੇਲੇਬਲ ਹੈ, ਉਹਦਾ ਇੱਕ ਹੋਰ ਐਕਟ ਹੈ ਜੀ, ਉਹਦੇ ਵਿੱਚ ਤੁਹਾਨੂੰ offence ਪਬਲਿਕ ਪਲੇਸ ਤੇ ਉੱਤੇ ਜਿਹੜੀ ਦਾਰੂ ਪੀਣ ਦਾ, ਪਬਲਿਕ ਪਲੇਸ 'ਤੇ ਨਹੀਂ, ਉਹਨੂੰ ਇੱਕ ਲਿਕਰ ਲਾਇਸੈਂਸ ਐਕਟ ਦੇ ਅੰਡਰ ਇੱਕ offence ਹੈ, ਜਿਹਦੇ ਵਿੱਚ ਕਿ ਤੁਸੀਂ ਗੱਡੀ ਚਲਾਉਂਦੇ ਹੋਏ ਇੱਕ ਮੋਟਰ ਵਹੀਕਲ ਦੇ ਵਿੱਚ ਜਾਂ ਕਨਵੇਅੰਸ ਦੇ ਵਿੱਚ ਤੁਸੀਂ ਸ਼ਰਾਬ ਅਵੇਲੇਬਲ ਹੈ, ਉਸ ਚੀਜ਼ ਦਾ offence ਬਣਦਾ, ਤਾਂ ਉਹਦੇ ਲਈ ਤੁਸੀਂ ਫਿਰ ਸਾਰੇ ਜਣੇ ਚਾਰਜ ਹੋ ਸਕਦੇ ਹੋ, ਜਿੰਨੇ ਜਣੇ ਬੈਠੇ ਵਿੱਚ। ਹਾਂਜੀ, ਕਿਉਂਕਿ ਅਵੇਲੇਬਲ ਹੈ, ਉਹ ਅਲਾਊਡ ਨਹੀਂ ਹੈਗਾ ਜੀ। ਹਾਂਜੀ। ਫਾਈਨਲ ਵਰਡ ਸਰ? ਫਾਈਨਲ ਵਰਡ ਇਹੀ ਹੈ ਜੀ ਕਿ ਹੁਣ ਅੱਗੇ ਹੌਲੀਡੇ ਸੀਜ਼ਨ ਵੀ ਆ ਰਿਹਾ, ਕ੍ਰਿਸਮਸ ਆ ਰਿਹਾ, ਛੁੱਟੀਆਂ ਆ ਰਹੀਆਂ ਨੇ, ਸਾਰੇ ਬੰਦੇ ਇੰਜੋਏ ਕਰਨਗੇ। ਜ਼ਰੂਰ ਸਭ ਨੂੰ ਇੰਜੋਏ ਕਰਨਾ ਚਾਹੀਦਾ, ਜਿਵੇਂ ਵੀ ਹਰ ਬੰਦੇ ਦੀ ਆਪਣੀ ਇੰਜੋਏਮੈਂਟ ਹੈ, ਪਰ ਰਿਸਪੌਂਸਿਬਲੀ ਇੰਜੋਏ ਕਰੋ। ਇਹ ਨਾ ਹੋਵੇ ਇੰਜੋਏ ਕਰਦੇ ਕਰਦੇ ਆਪਾਂ ਕੋਈ ਇਹੋ ਜਿਹੀ ਚੀਜ਼ ਕਰ ਬੈਠੀਏ ਜਿਹਦੇ ਨਾਲ ਕਿਸੇ ਨੂੰ, ਆਪਣੇ ਆਪ ਨੂੰ ਨੁਕਸਾਨ ਪਹੁੰਚਾ ਦਈਏ, ਕਿਸੇ ਹੋਰ ਨੂੰ ਨੁਕਸਾਨ ਪਹੁੰਚਾ ਦਈਏ, ਅਤੇ ਆਪਾਂ ਲਾਅ ਦੇ ਨਾਲ ਆਪਣੇ ਸਿੰਗ ਫਸਾ ਲਈਏ। ਤਾਂ ਲਾਅ ਤੋਂ ਆਪਾਂ ਨੂੰ ਫੋਲੋ ਕਰਨਾ ਚਾਹੀਦਾ, ਬਚ ਕੇ ਰਹਿਣਾ ਚਾਹੀਦਾ, ਉਹ ਆਪਣੀ ਭਲਾਈ ਲਈ ਹੀ ਬਣਿਆ ਹੋਇਆ। ਤੇ ਤੁਹਾਡੇ ਨਾਲ ਜੇ ਸੰਪਰਕ ਕਰਨਾ ਹੋਵੇ ਤਾਂ ਕਿਵੇਂ ਹੋ ਸਕਦਾ? ਮੇਰੇ ਨਾਲ ਜੀ, ਮੇਰੀ ਫਰਮ ਦਾ ਨਾਮ ਹੈ ਜਸਟ ਲੀਗਲਸ। ਮੇਰੇ 5 ਆਫਿਸ ਨੇ ਜੀ ਓਟੈਰੀਓ ਦੇ ਵਿੱਚ, ਇੱਕ ਟੋਰਾਂਟੋ 'ਚ ਹੈ, ਸਕਾਰਬਰੋ, ਮਿਸਿਸਾਗਾ, ਕਿਚਨਰ ਐਂਡ ਹੈਮਿਲਟਨ। ਤਾਂ ਮੈਂ ਅਕਰੋਸ ਓਨਟੈਰੀਓ ਮੈਂ ਹਰ ਕੋਡ ਦੇ ਵਿੱਚ ਆਪਣੀ ਸਰਵਿਸਿਜ਼ ਦਿੰਦਾ। ਮੈਨੂੰ ਫੋਨ ਕੀਤਾ ਜਾ ਸਕਦਾ ਜੀ 416-270-0049, 416-270-0049, ਜਾਂ ਮੇਰੀ ਵੈਬਸਾਈਟ 'ਤੇ ਜਾਇਆ ਜਾ ਸਕਦਾ www.justlegals.com। ਬਹੁਤ ਮਿਹਰਬਾਨੀ, ਬਹੁਤ ਧੰਨਵਾਦ ਜੀ, ਸਾਡੇ ਨਾਲ ਸ਼ਾਮਲ ਹੋਣ ਲਈ ਸ਼ੁਕਰੀਆ ਸਰ। ਥੈਂਕ ਯੂ ਜੀ, ਥੈਂਕ ਯੂ ਵੈਰੀ ਮਚ। ਧੰਨਵਾਦ ਜੀ।